ਪੌੜੀ ਜੰਗ ਮੁਸਾਫਾ ਬੱਜਿਆ, ਰਨ ਘੁਰੇ ਨਗਾਰੇ ਚਾਵਲੇ। ਝੂਲਨ ਨੇਜੇ ਬੈਰ ਕਾਂ, ਨੀਸਾਨ ਲਸਨ ਲਸਾਵਲੇ। ਢੋਲ ਨਗਾਰੇ ਪਾਉਣ ਦੇ, ਊਘਣ ਜਾਣ ਜਟਾਵਲੇ। ਦੁਰਗਾ ਦਾਨੋ ਡਹੇ ਰਣ, ਨਾਦ ਵੱਜਨ ਖੇਤ ਪੀਹਾਵਲੇ। ਵੀਰ ਪਰੋਤੇ ਬਰਛੀਏ, ਜਨ ਡਾਲ ਚਮੁੱਟੇ ਆਵਲੇ। ਇੱਕ ਵੱਡੇ ਤੇਗੀ ਤੜਫਣ, ਮਦ ਪੀਤੇ ਲੋਟਣ ਬਾਵਲੇ। ਇੱਕ ਚੁਣ ਚੁਣ ਝਾੜੋ ਕੱਢੀਆਂ, ਰੇਤ ਵਿੱਚੋਂ ਸੋਇਨਾ ਡਾਵਲੇ। ਗਦਾ ਤ੍ਰਿਸੂਲਾਂ ਬਰਛੀਆਂ, ਤੀਰ ਵਗਨ ਖਰੇ ਉਤਾਵਲੇ। ਜਾਣੋ ਡਸੇ ਭੁਜੰਗਮ ਸਾਵਲੇ, ਮਰ ਜਾਵਨ ਵੀਰ ਰੁਹਾਵਲੇ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸਰਬੱਤ ਮਾਈ ਭਾਈ ਦਾਸ ਨੂੰ ਕੁਛ ਅਰਜ਼ਾਂ ਕਰਨ ਦੀ ਸਮਰੱਥਾ ਬਖਸ਼ਣ ਵਾਸਤੇ ਆਸੀਸ ਦਿੰਦੇ ਹੋਏ ਇੱਕ ਵਾਰ ਪਿਆਰ ਨਾਲ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਕਿਰਪਾ ਕਰੋ, ਸਭ ਕਹੋ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਆਪ ਸਰਬੱਤ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ, ਜੋ ਸੰਸਾਰਿਕ ਕੰਮਾਂ ਧੰਦਿਆਂ ਨੂੰ ਸੰਕੋਚਦੇ ਹੋਏ ਆਪਣੇ ਅਸਲੀ ਕੰਮ ਨੂੰ ਕਰਨ ਵਾਸਤੇ ਇਸ ਮਹਾਨ ਪਵਿੱਤਰ ਤਪੋ ਭੂਮੀ 'ਤੇ, ਜਿਸ ਦਾ ਕਣ ਕਣ ਪਵਿੱਤਰ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਪਵਿੱਤਰ ਪਾਵਨ ਚਰਨ ਪਾ ਕੇ ਇਸ ਧਰਤੀ ਦੀ ਰਜ ਨੂੰ, ਧੂੜੀ ਨੂੰ ਪਵਿੱਤਰ ਕੀਤਾ ਹੈ, ਉੱਥੇ ਉਹ ਨਾਮ ਦੇ ਰਸੀਏ ਮਹਾਤਮਾ, ਜਿਨ੍ਹਾਂ ਬਾਰੇ ਪੁਰਾਣੇ ਸਾਧੂ ਇਹ ਵਚਨ ਕਰਿਆ ਕਰਦੇ ਸਨ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਸਾਧੂਆਂ ਵਿੱਚ ਅਵਤਾਰਾਂ ਨਾਲੋਂ ਵੱਧ ਕੇ ਤਾਕਤ ਸੀ। ਸੱਚਮੁੱਚ ਹੀ ਜਦੋਂ ਨਾਮਧਾਰੀ ਪੰਥ ਦੇ ਇਤਿਹਾਸ ਨੂੰ, ਉਹਨਾਂ ਮਹਾਂਪੁਰਖਾਂ ਦੀ ਘਾਲਣਾ ਨੂੰ ਪੜ੍ਹੀਦਾ, ਸੁਣੀਦਾ, ਵੇਖੀ ਵਾਚੀਦਾ ਹੈ, ਮਨ ਵਿਸਮਾਦ ਵਿੱਚ ਆ ਜਾਂਦਾ, ਤਨ 'ਤੇ ਰੋਮਾਵਲੀ ਛਾ ਜਾਂਦੀ ਹੈ, ਔਰ ਬਦੋ ਬਦੀ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ ਉਹਨਾਂ ਦੀਆਂ ਕਰਨੀਆਂ ਅੱਗੇ। ਉਹਨਾਂ ਮਹਾਂਪੁਰਖਾਂ ਨੇ ਇਸ ਧਰਤੀ 'ਤੇ ਜਿੱਥੇ ਨਾਮ ਜਪਿਆ, ਆਪਣੇ ਹੱਥਾਂ ਨਾਲ ਕਿਰਤ ਵਿਰਤ ਕਰਕੇ ਸੇਵਾ ਦੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਜੀਵਨ ਦੇ ਸਵਾਸਾਂ ਨੂੰ ਅਮੋਲਕ ਕੀਤਾ, ਔਰ ਸਾਡੇ ਵਾਸਤੇ ਉਹ ਗਾਡੀ ਰਾਹ ਬਣਾ ਕੇ ਇਸ ਅਸਾਰ ਸੰਸਾਰ ਵਿੱਚੋਂ ਗਏ। ਸੋ ਉਸ ਪਾਵਨ ਧਰਤੀ 'ਤੇ ਆਪ ਸਾਰੇ ਇਕੱਤਰ ਹੋ ਕੇ ਪਵਿੱਤਰ ਪਾਵਨ ਨਾਮ ਦਾ ਸਿਮਰਨ ਕਰ ਰਹੇ ਹੋ। ਰਸਨਾ ਕਰਕੇ, ਤਨ ਕਰਕੇ, ਮਨ ਕਰਕੇ, ਧਨ ਕਰਕੇ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ।
ਗਰੀਬ ਨਵਾਜ਼ ਜੀ ਦੇ ਹੁਕਮ ਅਨੁਸਾਰ ਚੰਡੀ ਦੀ ਵਾਰ ਦਾ ਜੋ ਸ਼ਾਬਦਿਕ ਅਰਥ ਹੈ ਉਸ ਨਾਲ ਆਪਾਂ ਸਾਂਝ ਪਾ ਰਹੇ ਹਾਂ, ਤਾਂ ਕਿ ਗੁਰਬਾਣੀ ਦੀ ਵਿਚਾਰ ਕਰਨ ਦੀ ਇਹ ਜਿਹੜੀ ਪਰੰਪਰਾ ਹੈ ਇਸ ਨੂੰ ਅੱਗੇ ਵਧਾਇਆ ਜਾ ਸਕੇ। ਗਰੀਬ ਨਵਾਜ਼ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਮਧਾਰੀ ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਇਹ ਸ਼੍ਰੇ ਪ੍ਰਾਪਤ ਹੈ ਕਿ ਉਹਨਾਂ ਨੇ ਆਪਣੇ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਉਸ ਵਕਤ ਅਬਚਲ ਨਗਰੀ ਹਜੂਰ ਸਾਹਿਬ ਨੂੰ ਚਾਲੇ ਪਾਏ, ਜਿਸ ਵੇਲੇ ਪਹਿਲੀ ਗੱਲ ਤਾਂ ਕੋਈ ਜਾਂਦਾ ਨਹੀਂ ਸੀ ਉਸ ਪਾਸੇ ਨੂੰ, ਜੰਗਲ ਦਾ ਰਸਤਾ, ਸ਼ੇਰ ਬਘੇਲੇ ਆਦਿਕ ਜੰਗਲਾਂ ਵਿੱਚ ਤੁਰੇ ਫਿਰਦੇ ਸਨ, ਡਾਕੂ ਚੋਰ ਵੀ ਸਨ ਜਿਹੜੇ ਲੁੱਟ ਲੈਂਦੇ ਸਨ, ਰਹਿਣ ਵਾਸਤੇ ਠਹਿਰਨ ਵਾਸਤੇ ਕੋਈ ਥਾਂ ਨਹੀਂ, ਰਸਤੇ ਦਾ ਵੀ ਕੋਈ ਪਤਾ ਨਹੀਂ। ਪਰ ਆਪਣੇ ਸਤਿਗੁਰੂ ਦਾ ਆਸਰਾ ਲੈ ਕੇ ਸਤਿਕਾਰਯੋਗ ਭਾਈ ਰਾਏ ਸਿੰਘ ਜੀ ਅਬਚਲ ਨਗਰੀ ਨੂੰ ਗੁਰੂ ਹੁਕਮ ਅਨੁਸਾਰ ਚੱਲੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕਿ ਉੱਥੇ ਜਾ ਕੇ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਹੈ। ਭਾਈ ਸਾਹਿਬ ਕਰੀਬ 3.5 ਮਹੀਨੇ ਉੱਥੇ ਰਹੇ। ਉਹ ਗੁਰਬਾਣੀ ਦੀ ਵਿਚਾਰ ਜਿਹੜੀ ਸੀ ਉਹ ਕਰਦੇ ਰਹੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਰਸ ਹੀ ਹੈ। ਵੈਸੇ ਗੁਰਬਾਣੀ ਦੀ ਵਿਚਾਰ ਕਰਨਾ ਜੀਵ ਦੇ ਵੱਸ ਦੀ ਗੱਲ ਨਹੀਂ, ਇਹ ਤਾਂ ਜਿਸ ਨੂੰ ਦੇਵੈ ਦਇਆ ਕਰ ਵਾਲੀ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਗੁਰਬਾਣੀ ਅਧਿਆਤਮ ਦਾ ਰਸਤਾ ਹੈ। ਜਿਹੜਾ ਇਸ ਰਸਤੇ ਦਾ ਪਾਂਧੀ ਨਹੀਂ, ਜਿਹੜਾ ਇਸ ਰਸਤੇ ਨੂੰ ਜਿਸ ਨੇ ਪ੍ਰਾਪਤ ਨਹੀਂ ਕੀਤਾ, ਉਹ ਗੁਰਬਾਣੀ ਨੂੰ ਕੇਵਲ ਤੇ ਕੇਵਲ ਅੱਖਰਾਂ ਨੂੰ ਸਮਝ ਸਕਦਾ ਹੈ, ਉਹਨਾਂ ਦੇ ਅਰਥਾਂ ਨੂੰ ਜਾਣ ਸਕਦਾ ਹੈ। ਜਿਹੜੇ ਗੂੜ ਰਹੱਸ ਨੇ, ਜਿਹੜੇ ਗੂੜ ਭੇਤ ਨੇ, ਉਹ ਕੇਵਲ ਤੇ ਕੇਵਲ ਉਹੀ ਲੋਕ ਜਾਣ ਸਕਦੇ ਨੇ ਜਿਹੜੇ ਲੋਕਾਂ ਨੇ ਇਸ ਰਸਤੇ ਨੂੰ, ਇਸ ਮੰਜ਼ਲ ਨੂੰ ਸਰ ਕੀਤਾ ਹੈ, ਕਿਸੇ ਮੰਜ਼ਲ 'ਤੇ ਪਹੁੰਚੇ ਹਨ। ਜਿਉਂ-ਜਿਉਂ ਕੋਈ ਅੱਗੇ ਪਹੁੰਚਦਾ ਹੈ ਤਿਉਂ-ਤਿਉਂ ਇਸ ਦੀ ਸਮਝ ਲੱਗਦੀ ਹੈ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਕਰਿਆ ਕਰਦੇ ਸੀ। ਉਹ ਕਹਿੰਦੇ ਕਿ ਮੇਰੇ ਮਨ ਵਿੱਚ ਇਹ ਆਈ ਕਿ ਜਿਹੜੇ ਟੀਕਾਕਾਰਾਂ ਨੇ ਟੀਕੇ ਕੀਤੇ ਨੇ, ਅਰਥ ਕੀਤੇ ਨੇ, ਉਹ ਬਹੁਤ ਸਾਰੇ ਟੀਕੇ ਠੀਕ ਨਹੀਂ। ਕਹਿੰਦੇ ਨੇ ਫਿਰ ਮੈਂ ਵੀ ਜਪਜੀ ਦਾ ਟੀਕਾ ਕੀਤਾ, ਬੜਾ ਅੱਛਾ ਟੀਕਾ ਹੈ ਉਹਨਾਂ ਦਾ। ਪਰ ਉਹ ਇਹ ਗੱਲ ਕਹਿੰਦੇ ਨੇ ਕਿ ਬਾਅਦ ਵਿੱਚ ਮੈਨੂੰ ਇਹ ਸਮਝ ਆਈ ਕਿ ਅਸਲ ਵਿੱਚ ਗਲਤ ਕੋਈ ਵੀ ਨਹੀਂ, ਜਿੰਨੀ ਕਿਸੇ ਦੀ ਪਹੁੰਚ ਹੈ ਉਸ ਹਿਸਾਬ ਨਾਲ ਉਹਨੇ ਅਰਥ ਕੀਤੇ ਨੇ। ਪਹੁੰਚ ਤੋਂ ਭਾਵ ਦੁਨਿਆਵੀ ਵਿੱਦਿਆ ਦੀ ਪਹੁੰਚ ਨਹੀਂ, ਇਹ ਰੂਹਾਨੀਅਤ ਦੀ ਵਿੱਦਿਆ ਦੀ ਪਹੁੰਚ ਹੈ। ਇਸ ਵਾਸਤੇ ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਬਾਰੇ ਜਾਣਨਾ, ਇਹ ਰੂਹਾਨੀਅਤ ਦੀ ਮੰਜ਼ਿਲ ਵਾਲੇ ਲੋਕ ਹੀ ਪੂਰਨ ਰੂਪ ਵਿੱਚ ਤਾਂ ਜਾਣ ਸਕਦੇ ਨੇ। ਸਤਿਗੁਰ ਕੀ ਗੁਰ ਕੀ ਬਾਣੀ ਗੁਰ ਤੇ ਜਾਤੀ, ਸਤਿਗੁਰੂ ਦੀ ਬਾਣੀ ਨੂੰ ਸਤਿਗੁਰੂ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਮੈਨੂੰ ਸਾਡੇ ਇੱਕ ਬਜ਼ੁਰਗ ਸਨ, ਉਹਨਾਂ ਨੇ ਮੈਨੂੰ ਇਹ ਬਚਨ ਸੁਣਾਇਆ। ਉਹ ਨਾਮਧਾਰੀ ਨਹੀਂ ਸਨ, ਪਰ ਨਾਮਧਾਰੀ ਸਾਧ ਸੰਗਤ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਜਾਣ ਆਉਣ ਸੀ। ਸ਼ੁਰੂ ਤੋਂ ਲੈ ਕੇ ਉਹ ਇਸ ਪਾਸੇ ਉਹਨਾਂ ਦਾ ਰੁਝਾਨ ਸੀ। ਪਾਕਿਸਤਾਨ ਦੇ ਕਿਸੇ ਪਿੰਡ ਦੀ ਉਹਨਾਂ ਨੇ ਗੱਲ ਸੁਣਾਈ। ਕਹਿੰਦੇ ਮੈਂ ਵੀ ਦੀਵਾਨ 'ਚ ਗਿਆ ਸੀ, ਹੈ ਮੈਂ ਛੋਟਾ ਸੀ ਕਹਿੰਦੇ, ਅਤੇ ਉਸ ਵੇਲੇ ਨਾਮਧਾਰੀ ਪੰਥ ਦੇ ਇੱਕ ਸਾਧੂ ਹੁੰਦੇ ਸਨ, ਬਾਬਾ ਜਗੀਰੀ ਜੀ। ਬਾਬਾ ਜਗੀਰੀ ਬ੍ਰਹਮ ਗਿਆਨੀ ਕਰਕੇ ਉਹਨਾਂ ਨੂੰ ਆਖਦੇ ਸਨ। ਉਹ ਕਹਿੰਦੇ ਬਾਬਾ ਜਗੀਰੀ ਸ਼ਬਦ ਪੜ੍ਹ ਰਹੇ ਸਨ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰਿਆ ਕੋਈ, ਅਣਮੜਿਆ ਮੰਦਲ ਬਾਜੈ ਸਾਵਣ ਬਿਨ ਘਨ ਹਰ ਗਾਜੈ। ਕਹਿੰਦੇ ਨੇ ਇਹ ਸ਼ਬਦ ਪੜ੍ਹ ਰਹੇ ਸਨ।
ਉਹਨਾਂ ਨੇ ਆਪਣੇ ਕੋਲ ਉਹ ਬੈਰਾਗਣ ਰੱਖੀ ਹੁੰਦੀ ਸੀ, ਉਹਨੂੰ ਘੁੰਗਰੂ ਬੰਨੇ ਹੁੰਦੇ ਸਨ ਅਤੇ ਉਹਦੇ ਨਾਲ ਉਹ ਸ਼ਬਦ ਪੜ੍ਹਦੇ ਪਏ ਸਨ। ਉੱਥੇ ਕਹਿੰਦੇ ਆਲਮ ਜੀ ਆ ਗਏ ਅਤੇ ਕਿਸੇ ਸਰੀਰ ਨੇ ਆਲਮ ਜੀ ਨੂੰ ਪੁੱਛਿਆ ਵੀ ਆਲਮ ਜੀ ਇਹਦਾ ਕੀ ਅਰਥ ਹੁੰਦਾ ਕਿ ਅਣਮੜਿਆ ਮੰਦਲ ਬਾਜੈ, ਸਾਵਣ ਬਿਨ ਘਨਹਰ ਗਾਜੈ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ, ਕੋਈ ਇਹਦਾ ਕੀ ਭਾਵ ਹੈ? ਆਲਮ ਜੀ ਕਹਿਣ ਲੱਗੇ ਜਾਂ ਲਿਖਣ ਵਾਲੇ ਜਾਣਦੇ ਨੇ ਅਤੇ ਜਾਂ ਜਿਹੜਾ ਇਹ ਪੜ੍ਹ ਰਿਹਾ ਇਹਨੂੰ ਪਤਾ। ਭਾਵ ਇਹ ਹੈ ਕਿ ਇਹ ਮੰਜ਼ਲ ਦੀ ਗੱਲ ਹੈ, ਪਰ ਹੁਕਮ ਅਨੁਸਾਰ ਜਿੰਨੀ ਕੁ ਬੁੱਧੀ ਆਪਣੀ ਹੈ ਜਾਂ ਜਿੰਨਾ ਕੁ ਆਪਾਂ ਸਮਝ ਸਕਦੇ ਹਾਂ ਉਸ ਦੇ ਅਨੁਸਾਰ ਆਪ ਜੀ ਦੇ ਸਨਮੁਖ ਅਰਜ਼ਾਂ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਹੋਵੇ, ਆਪਾਂ ਸਾਰੇ ਇਸ ਗੁਰਬਾਣੀ ਬਾਰੇ ਜਾਣ ਸਕੀਏ ਔਰ ਗੁਰਬਾਣੀ ਦੇ ਭਾਵ ਸਾਡੇ ਹਿਰਦੇ 'ਚ ਵਸ ਸਕਣ। ਇਹ ਅਰਦਾਸ ਕਰਦਾ ਹੋਇਆ ਆਰੰਭ ਕਰਦਾ ਹਾਂ ਜੀ। ਪੌੜੀ ਜੰਗ ਮੁਸਾਫਾ ਬੱਜਿਆ, ਰਣ ਘੁਰੇ ਨਗਾਰੇ ਚਾਵਲੇ। ਇੱਥੇ ਦੋ ਸ਼ਬਦ ਆਏ ਹਨ ਇਸ ਤੁਕ ਵਿੱਚ, ਜੰਗ ਔਰ ਮੁਸਾਫਾ। ਮੁਸਾਫਾ ਵੀ ਜੰਗ ਹੀ ਹੁੰਦਾ, ਯੁੱਧ ਹੀ ਹੁੰਦਾ, ਅਤੇ ਜੰਗ ਵੀ ਆਮ ਕਰਕੇ ਯੁੱਧ ਵਾਸਤੇ ਵਰਤਿਆ ਜਾਂਦਾ। ਇਹ ਮੈਂ ਬਚਨ ਇੱਕ ਵਾਰੀ ਸ਼੍ਰੀਮਾਨ ਸੰਤ ਗਿਆਨੀ ਬਲਵੰਤ ਸਿੰਘ ਜੀ ਨੂੰ ਪੁੱਛਿਆ। ਮੈਂ ਕਿਹਾ ਜੀ ਉੱਥੇ ਜੰਗ ਵੀ ਲਿਖਿਆ ਅਤੇ ਮੁਸਾਫਾ ਵੀ ਲਿਖਿਆ, ਇਹਦਾ ਕੀ ਅਰਥ ਹੈ? ਉਹਨਾਂ ਨੇ ਬੜੇ ਸਾਫ਼ ਜਿਹੇ ਸ਼ਬਦਾਂ 'ਚ ਮੈਨੂੰ ਸਮਝਾਇਆ। ਕਹਿੰਦੇ ਨੇ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਗਲਾਂ ਵਿੱਚ ਟੱਲੀਆਂ ਪਾਈਆਂ ਹੁੰਦੀਆਂ ਜੀ, ਛੋਟੀਆਂ ਛੋਟੀਆਂ, ਅਤੇ ਉਹ ਟੱਲੀ ਜਿਹੜੀ ਹੈ ਨਾ ਪਾਈ ਹੋਈ, ਉਹਨੂੰ ਆਮ ਕਰਕੇ ਸਾਡੇ ਮਾਝੇ ਵਿੱਚ ਜੰਗੀ ਆਖਦੇ ਸੀ, ਅਤੇ ਜੰਗ ਤੋਂ ਭਾਵ ਹੈ ਵੱਡਾ ਟੱਲ। ਇੱਥੇ ਪਾਠ ਜੰਗ ਨਹੀਂ, ਅਸਲ ਵਿੱਚ ਜੰਗ ਹੈ, ਭਾਵ ਵੱਡਾ ਟੱਲ। ਮੁਸਾਫਾ ਤੋਂ ਭਾਵ ਯੁੱਧ ਹੈ। ਯੁੱਧ ਦਾ ਘੜਿਆਲ ਜਿਹੜਾ ਸੀ ਉਹ ਖੜਕਿਆ, ਜੰਗ ਮੁਸਾਫਾ ਵੱਜਿਆ, ਰਣ ਘੁਰੇ ਨਗਾਰੇ ਚਾਵਲੇ। ਰਣ ਤੋਂ ਭਾਵ ਹੈ ਰਣ ਵਿੱਚ, ਘੁਰੇ ਨਗਾਰੇ ਚਾਵਲੇ, ਚਾਅ ਵਧਾਉਣ ਵਾਲੇ ਯੋਧਿਆਂ ਦਾ ਉਤਸ਼ਾਹ ਵਧਾਉਣ ਵਾਲੇ ਜਿਹੜੇ ਨਗਾਰੇ ਸਨ ਉਹ ਖੜਕ ਪਏ। ਝੂਲਨ ਨੇਜੇ ਬੈਰਕਾਂ, ਨੀਸਾਨ ਲਸਣ ਲਸਾਵਲੇ। ਹੁਣ ਝੂਲ ਰਹੇ ਹਨ ਨੇਜੇ, ਅਤੇ ਨੇਜਿਆਂ ਦੇ ਨਾਲ ਬੰਨੀਆਂ ਹੋਈਆਂ ਬੈਰਕਾਂ ਤੋਂ ਭਾਵ ਹੁੰਦਾ ਛੋਟੀਆਂ ਛੋਟੀਆਂ ਝੰਡੀਆਂ। ਕਿਉਂਕਿ ਜਿਸ ਤਰ੍ਹਾਂ ਹਰ ਮਨੁੱਖ ਜਿਸ ਦਾ ਵੀ ਕੋਈ ਧੰਦਾ ਹੈ, ਉਹ ਆਪਣੇ ਔਜ਼ਾਰ ਨੂੰ, ਆਪਣੇ ਸ਼ਸਤਰ ਨੂੰ, ਆਪਣੇ ਇੰਸਟਰੂਮੈਂਟ ਨੂੰ ਉਹ ਸਵਾਰਦਾ ਹੈ, ਸ਼ਿੰਗਾਰਦਾ ਹੈ। ਰਾਗੀ ਜਿਸ ਤਰ੍ਹਾਂ ਆਪਣੇ ਸਾਜ਼ਾਂ ਨੂੰ ਸ਼ਿੰਗਾਰਦੇ ਨੇ, ਇਸ ਤਰ੍ਹਾਂ ਸੂਰਮੇ ਜਿਹੜੇ ਨੇ ਉਹ ਵੀ ਆਪਣੇ ਸ਼ਸਤਰਾਂ ਨੂੰ ਸ਼ਿੰਗਾਰਦੇ ਹਨ, ਅਤੇ ਆਪਣੇ ਨੇਜ਼ਿਆਂ ਨੂੰ ਸ਼ਿੰਗਾਰਨ ਵਾਸਤੇ ਉਹਨਾਂ ਨੇ ਛੋਟੀਆਂ ਛੋਟੀਆਂ ਨਾਲ ਝੰਡੀਆਂ ਬੰਨੀਆਂ ਹੋਈਆਂ ਨੇ। ਅਤੇ ਕਹਿੰਦੇ ਨੇ ਝੂਲਨ ਨੇਜੇ ਬੈਰਕਾਂ, ਉਹ ਨੇਜ਼ਿਆਂ ਦੇ ਨਾਲ ਬੱਧੀਆਂ ਹੋਈਆਂ ਝੰਡੀਆਂ ਜਿਹੜੀਆਂ ਨੇ ਉਹ ਝੂਲਦੀਆਂ ਹਨ। ਅਤੇ ਨੀਸਾਨ ਲਸਣ ਲਸਾਵਲੇ, ਨੀਸਾਨ ਤੋਂ ਭਾਵ ਹੁੰਦਾ ਝੰਡੇ, ਵੱਡੇ ਝੰਡੇ ਜਿਹੜੇ ਨੇ ਉਹ ਲਸਣ ਤੋਂ ਭਾਵ ਹੈ ਲਿਸ਼ਕ ਰਹੇ ਨੇ, ਲਸਾਵਲੇ ਤੋਂ ਭਾਵ ਹੈ ਲਿਸ਼ਕਣ ਵਾਲੇ, ਚਮਕਣ ਵਾਲੇ ਜਿਹੜੇ ਝੰਡੇ ਹਨ ਉਹ ਚਮਕਾਂ ਮਾਰ ਰਹੇ ਹਨ। ਢੋਲ ਨਗਾਰੇ ਪਾਉਣ ਦੇ, ਉਘਣ ਜਾਣ ਜਟਾਵਲੇ। ਢੋਲ ਤੇ ਨਗਾਰੇ ਜਿਹੜੇ ਨੇ ਉਹ ਪਾਉਣ ਦੇ ਤੋਂ ਭਾਵ ਹੈ ਵੱਜ ਪਏ। ਢੋਲ ਨਗਾਰੇ ਪਾਉਣ ਦੇ, ਇਸ ਤਰ੍ਹਾਂ ਉਹ ਵੱਜੇ, ਇਸ ਤਰ੍ਹਾਂ ਉਹਨਾਂ ਦੀ ਗੂੰਜ ਪਈ, ਜਿਸ ਤਰ੍ਹਾਂ ਜਣ ਉਂਗਣ ਜਾਣ ਜਟਾਵਲੇ। ਜਿਸ ਤਰ੍ਹਾਂ ਜਟਾਵਲੇ ਤੋਂ ਭਾਵ ਜਿਹੜਾ ਹੈ, ਇੱਥੇ ਦੋ ਅਰਥ ਕਰਦੇ ਨੇ ਵਿਦਵਾਨ ਲੋਕ। ਇੱਕ ਤਾਂ ਕਰਦੇ ਨੇ ਕਿ ਜਿਹੜੇ ਭੰਗ ਪੀ ਕੇ ਲੋਕ ਜਿਹੜੇ ਨੇ ਉਹ ਊਂਘਦੇ ਨੇ, ਪਰ ਭਾਈ ਕਾਨ੍ਹ ਸਿੰਘ ਨਾਭਾ ਹੋਰਾਂ ਨੇ ਜਿਹੜਾ ਇਹਦਾ ਅਰਥ ਕੀਤਾ, ਉਹ ਜਟਾਵਲੇ ਦਾ ਅਰਥ ਉਹ ਕਰਦੇ ਨੇ ਕਿ ਜਟਾਂ ਵਾਲੇ ਭਾਵ ਬੱਬਰ ਸ਼ੇਰ। ਬੱਬਰ ਸ਼ੇਰ ਜਦੋਂ ਆਪਣੀ ਮਸਤੀ ਨਾਲ ਚੱਲਦਾ ਅਤੇ ਉਹ ਊਂਘਦਾ ਹੋਇਆ ਚੱਲਦਾ, ਭਾਵ ਜਦੋਂ ਮੈਦਾਨੇ ਜੰਗ ਵਿੱਚ ਸੂਰਮੇ ਜਿਹੜੇ ਨੇ ਉਹ ਜਾ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਸ਼ਸਤਰ ਨੇ ਉਹਨਾਂ ਦੀ ਆਵਾਜ਼, ਢੋਲਾਂ ਢਮੱਕਿਆਂ ਦੀ ਆਵਾਜ਼ ਜਿਹੜੀ ਹੈ ਉਹ ਇਸ ਤਰ੍ਹਾਂ ਗੂੰਜ ਰਹੀ ਹੈ ਕਿ ਜਿਸ ਤਰ੍ਹਾਂ ਜਾਣੋ ਬੱਬਰ ਸ਼ੇਰ ਊਂਘ ਰਹੇ ਹੋਣ। ਦੁਰਗਾ ਦਾਨੋ ਡਹੇ ਰਣ, ਨਾਦ ਵੱਜਨ ਖੇਤ ਭੀ ਹਾਵਲੇ। ਦੁਰਗਾ ਅਤੇ ਦਾਨੋ ਭਾਵ ਰਾਖਸ਼ ਜਿਹੜੇ ਨੇ ਉਹ ਮੈਦਾਨੇ ਜੰਗ ਵਿੱਚ ਜੁਟ ਪਏ। ਦੁਰਗਾ ਦਾਨੋ ਡਹੇ ਰਣ, ਨਾਦ ਵੱਜਨ ਖੇਤ ਭੀ ਹਾਵਲੇ। ਨਾਦ ਤੋਂ ਭਾਵ ਹੈ ਵਾਜੇ, ਵਾਜੇ ਆਦਿਕ ਜਿਹੜੇ ਸਨ ਉਹ ਵੱਜ ਉੱਠੇ
ਨਾਦ ਵੱਜਣ ਖੇਤ, ਖੇਤ ਤੋਂ ਭਾਵ ਹੈ ਰਣ ਭੂਮੀ ਵਿੱਚ, ਪੀਹਾਵਲੇ ਤੋਂ ਭਾਵ ਹੈ ਭਿਆਨਕ, ਜਿਨ੍ਹਾਂ ਦੀ ਆਵਾਜ਼ ਬੜੀ ਭਿਆਨਕ ਹੈ, ਐਸੇ ਵਾਜੇ ਵੱਜ ਉੱਠੇ। ਵੀਰ ਪਰੋਤੇ ਬਰਛੀਏ, ਜਾਣੋ ਡਾਲ ਚਮੁੱਟੇ ਆਵਲੇ। ਜਦੋਂ ਆਮੋ ਸਾਹਮਣੀ ਲੜਾਈ ਹੋਈ ਤੇ ਲੜਾਈ ਦੇ ਵਿੱਚ ਨੇਜੇ ਇੱਕ ਦੂਜੇ ਨੂੰ ਮਾਰੇ ਗਏ, ਤੇ ਉਹਨਾਂ ਨੇਜ਼ਿਆਂ ਦੇ ਵਿੱਚ ਜਦੋਂ ਸੂਰਮੇ ਪਰੋਏ ਗਏ ਤੇ ਉਹਨਾਂ ਸੂਰਮਿਆਂ ਦਾ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਵੱਡੇ ਵੱਡੇ ਨੇਜ਼ਿਆਂ ਵਿੱਚ ਲਟਕਦੇ ਹੋਏ ਸੂਰਮੇ ਇਸ ਤਰ੍ਹਾਂ ਦਿਖਾਈ ਦਿੰਦੇ ਸਨ, ਜਿਵੇਂ ਡਾਲਾਂ ਦੇ ਨਾਲ, ਟਾਹਣੀਆਂ ਦੇ ਨਾਲ ਚਮਕਦੇ ਲਟਕਦੇ ਹੋਏ, ਚਿੰਬੜੇ ਹੋਏ ਔਲੇ ਦਿਖਾਈ ਦਿੰਦੇ ਨੇ। ਇਸ ਤਰ੍ਹਾਂ ਉਹਨਾਂ ਦੇ ਸਰੀਰ ਉਹਦੇ ਵਿੱਚ ਪਰੋਏ ਹੋਏ ਸਨ। ਇੱਕ ਵੱਡੇ ਤੇਗੀ ਤੜਫਣ ਮਦ ਪੀਤੇ ਲੋਟਣ ਬਾਵਲੇ। ਇੱਕ ਤੇਗਾਂ ਨਾਲ ਵੱਡੇ ਹੋਏ, ਤਲਵਾਰਾਂ ਨਾਲ ਵੱਡੇ ਹੋਏ, ਇਸ ਤਰ੍ਹਾਂ ਜਿਹੜੇ ਸਨ ਉਹ ਤੜਫ ਰਹੇ ਸਨ, ਜਿਸ ਤਰ੍ਹਾਂ ਸ਼ਰਾਬੀ ਸ਼ਰਾਬ ਪੀ ਕੇ ਤੇ ਬਾਵਲੇ ਹੋਏ, ਕਮਲੇ ਹੋਏ ਲੇਟਦੇ ਨੇ, ਇਸ ਤਰ੍ਹਾਂ ਉਹ ਵੀ ਲੇਟ ਰਹੇ ਸਨ। ਇੱਕ ਚੋਣੇ ਚੋਣੇ ਝਾੜੋ ਕੱਢੀਆਂ, ਰੇਤ ਵਿੱਚੋਂ ਸੋਇਨਾ ਡਾਵਲੇ। ਇਕਨਾਂ ਨੂੰ ਚੁਣ ਚੁਣ ਕੇ ਝਾੜੋ ਕੱਢੀਆਂ। ਆਮ ਕਰਕੇ ਇਹਦਾ ਬਹੁਤੇ ਵਿਦਵਾਨਾਂ ਨੇ ਅਰਥ ਕੀਤਾ ਝਾੜੀਆਂ ਵਿੱਚੋਂ ਕੱਢੇ ਜਾਂਦੇ ਨੇ। ਹੁਣ ਜਦੋਂ ਆਪਾਂ ਸਰੀਰਾਂ ਦੀ ਗੱਲ ਵੇਖਦੇ ਹਾਂ, ਸਰੀਰ ਵੀ ਵੱਡੇ ਵੱਡੇ ਨੇ। ਦੂਸਰੀ ਗੱਲ, ਸੂਰਮਾ ਕਦੀ ਝਾੜੀਆਂ 'ਚ ਲੁਕਦਾ ਨਹੀਂ, ਤੇ ਜੇ ਲੁਕ ਗਿਆ ਝਾੜੀ ਦੇ ਵਿੱਚ ਤੇ ਫਿਰ ਉਹ ਸੂਰਮਾ ਨਹੀਂ ਹੋ ਸਕਦਾ, ਉਹਨੂੰ ਤੇ ਚਾਅ ਚੜ੍ਹਦਾ। ਇਸ ਵਾਸਤੇ ਇੱਥੇ ਝਾੜੀਆਂ ਕੱਢੀਆਂ ਦਾ ਅਰਥ ਹੈ, ਝਾੜੋਂ ਕੱਢੀਆਂ ਦਾ ਅਰਥ ਹੈ ਝੁੰਡਾਂ ਵਿੱਚੋਂ ਜਿਹੜੇ ਉਹਨਾਂ ਦੇ ਸਮੂਹ ਸਨ, ਉਹਨਾਂ ਦੇ ਵਿੱਚੋਂ ਚੁਣ ਚੁਣ ਕੇ ਸੂਰਮਿਆਂ ਨੂੰ ਕੱਢਿਆ ਜਾ ਰਿਹਾ। ਭਾਵ ਆਵਾਜ਼ਾਂ ਮਾਰ ਮਾਰ ਕੇ ਆਖਦੇ ਨੇ ਆ ਬਈ ਸਾਹਮਣੇ, ਤੇ ਉਹ ਜਿਹੜੇ ਵੱਡੇ ਸੂਰਮੇ ਨੇ ਉਹ ਸਾਹਮਣੇ ਆ ਰਹੇ ਨੇ। ਇੱਕ ਚੁਣ ਚੁਣ ਝਾੜੋਂ ਕੱਢੀਆਂ, ਰੇਤ ਵਿੱਚੋਂ ਸੋਇਨਾ ਡਾਵਲੇ। ਜਿਸ ਤਰ੍ਹਾਂ ਰੇਤ ਵਿੱਚੋਂ ਸੋਨੇ ਨੂੰ ਵੱਖ ਕਰਨ ਵਾਲੇ ਨਿਆਰੀਏ ਜਿਹੜੇ ਨੇ ਉਹ ਰੇਤ ਨੂੰ ਛੱਡ ਦਿੰਦੇ ਨੇ ਤੇ ਜਿਹੜਾ ਸੋਨਾ ਹੈ ਉਸ ਨੂੰ ਗ੍ਰਹਿਣ ਕਰ ਲੈਂਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਝੁੰਡਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਗਦਾ ਤ੍ਰਿਸ਼ੂਲਾਂ ਬਰਛੀਆਂ, ਤੀਰ ਵਗਨ ਖਰੇ ਉਤਾਵਲੇ। ਉੱਥੇ ਗੁਰਜਾਂ, ਤਰਸੂਲਾਂ, ਬਰਛੀਆਂ ਅਤੇ ਤੀਰ ਜਿਹੜੇ ਨੇ ਉਹ ਚੱਲ ਰਹੇ ਨੇ, ਤੇ ਚੱਲਦੇ ਹੋਏ ਕਿਸ ਤਰ੍ਹਾਂ ਲੱਗ ਰਹੇ ਨੇ, ਜਿਵੇਂ ਬੜੇ ਜ਼ਿਆਦਾ ਉਤਾਵਲੇ ਭਾਵ ਬੜੀ ਤੇਜ਼ੀ ਨਾਲ ਚੱਲ ਰਹੇ ਨੇ। ਬੜੀ ਕਾਹਲੀ ਕਾਹਲੀ ਇੱਕ ਪਾਸਿਓਂ ਸ਼ਸਤਰ ਦੂਜੇ ਪਾਸੇ ਨੂੰ ਚੱਲ ਰਹੇ ਨੇ, ਦੂਜੇ ਪਾਸੇ ਦੇ ਪਹਿਲੇ ਪਾਸੇ ਨੂੰ ਚੱਲ ਰਹੇ ਨੇ। ਭਾਵ ਆਮੋ ਸਾਹਮਣੇ ਸ਼ਸਤਰ ਬੜੀ ਤੇਜ਼ੀ ਨਾਲ ਚਲਾਏ ਜਾ ਰਹੇ ਹਨ। ਜਾਣੋ ਡਸੇ ਭੁਜੰਗਮ ਸਾਵਲੇ, ਮਰ ਜਾਵਨ ਵੀਰ ਰੁਹਾਵਲੇ। ਤੇ ਉਹਨਾਂ ਸ਼ਸਤਰਾਂ ਨੂੰ ਲੱਗਦਿਆਂ ਹੋਇਆਂ ਬੜੇ ਰੋਹ ਵਾਲੇ, ਜੋਸ਼ ਵਾਲੇ, ਗੁੱਸੇ ਵਾਲੇ ਸੂਰਮੇ ਜਿਹੜੇ ਸਨ ਉਹ ਮਰ ਰਹੇ ਸਨ। ਕਿਸ ਤਰ੍ਹਾਂ ਮਰ ਰਹੇ ਸਨ? ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਤੀਰ ਨਾ ਹੋ ਕੇ, ਤਲਵਾਰਾਂ ਤੇ ਬਰਛੀਆਂ ਤੇ ਤਰਸੂਲਾਂ ਨਾ ਹੋ ਕੇ, ਉਹ ਕਾਲੇ ਫਣੀਅਰ ਨਾਗ ਹੋਣ ਜਿਹੜੇ ਉਹਨਾਂ ਨੂੰ ਡਸ ਰਹੇ ਹੋਣ, ਤੇ ਡਸਦਿਆਂ ਸਾਰ ਹੀ ਉਹਨਾਂ ਦੀ ਮੌਤ ਹੁੰਦੀ ਜਾ ਰਹੀ ਹੋਵੇ। ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ। ਜਦੋਂ ਰਾਖਸ਼ਾਂ ਨੇ ਦੇਖਣ ਚੰਡ ਪ੍ਰਚੰਡ ਨੂੰ, ਚੰਡੀ ਨੂੰ, ਤੇਜਵਾਨ ਚੰਡੀ ਨੂੰ, ਪ੍ਰਭਾਵਸ਼ਾਲੀ ਜਿਹਦਾ ਦਰਸ਼ਨ ਹੈ, ਉਸ ਚੰਡੀ ਨੂੰ, ਜੋਸ਼ ਵਾਲੀ ਚੰਡੀ ਨੂੰ, ਦੁਰਗਾ ਨੂੰ ਵੇਖ ਕੇ ਤੇ ਜਿਹੜੇ ਵਿਰੋਧੀ ਧਿਰ ਸੀ ਉਹਨਾਂ ਦੇ ਵਿੱਚ ਨਗਾਰੇ ਵੱਜ ਉੱਠੇ। ਧਾਏ ਰਾਕਸ ਰੋਹਲੇ ਚੌ ਗਿਰਦੋਂ ਭਾਰੇ। ਚਾਰੇ ਪਾਸਿਓਂ ਜਿਹੜੇ ਰੋਹ ਵਾਲੇ, ਜੋਸ਼ ਵਾਲੇ ਰਾਖਸ਼ ਸੂਰਮੇ ਸਨ ਉਹ ਘੇਰਾ ਪਾ ਕੇ ਦੁਰਗਾ ਦੇ ਸਾਹਮਣੇ ਆਏ, ਦੁਰਗਾ ਦੇ ਦੁਆਲੇ ਹੋ ਗਏ। ਹੱਥੀਂ ਤੇਗਾਂ ਪਕੜੀ ਕੈ ਰਨ ਭਿੜੇ ਕਰਾਰੇ। ਹੱਥਾਂ ਵਿੱਚ ਤਲਵਾਰਾਂ ਫੜ ਕੇ ਉਹ ਸੂਰਮੇ ਜਿਹੜੇ ਸਨ ਮੈਦਾਨੇ ਜੰਗ ਵਿੱਚ ਬੜੇ ਜੋਸ਼ ਨਾਲ, ਬੜੇ ਸਖਤੀ ਦੇ ਢੰਗ ਨਾਲ ਮੈਦਾਨੇ ਜੰਗ ਵਿੱਚ ਲੜੇ। ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਝਾਰੇ। ਉਹ ਐਸੇ ਜੂਝਣ ਵਾਲੇ ਸੂਰਮੇ ਸਨ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚੋਂ ਭੱਜਣਾ ਸਿੱਖਿਆ ਹੀ ਨਹੀਂ ਸੀ, ਕਦੇ ਉਹ ਭੱਜੇ ਹੀ ਨਹੀਂ ਸਨ। ਦਿਲ ਵਿੱਚ ਰੋਹ ਵਡਾਏ ਕੈ ਮਾਰ ਮਾਰ ਪੁਕਾਰੇ।
ਦਿਲ ਦੇ ਵਿੱਚ ਉਹਨਾਂ ਦੇ ਅੰਦਰ ਬੜਾ ਰੋਹ ਪੈਦਾ ਹੋ ਰਿਹਾ ਸੀ। ਉਸ ਰੋਹ ਨੂੰ ਵਧਾਉਂਦੇ ਹੋਏ, ਜੋਸ਼ ਨੂੰ ਵਧਾਉਂਦੇ ਹੋਏ ਮਾਰ ਲਓ ਦੀ ਧੁਨ ਕਹਿ ਕੇ ਉਹ ਹਮਲਾ ਕਰ ਰਹੇ ਸਨ। ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ। ਕਹਿੰਦੇ ਨੇ ਚੰਡੀ ਨੇ, ਪ੍ਰਚੰਡ ਚੰਡੀ ਨੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਵੀਰ ਖੇਤ ਉਤਾਰੇ। ਜਿਹੜੇ ਸੂਰਮੇ ਸਨ, ਜਾਂ ਇਸ ਤਰ੍ਹਾਂ ਕਹਿ ਲਓ ਵੀਰ ਖੇਤ ਤੋਂ ਭਾਵ ਯੁੱਧ ਭੂਮੀ ਹੈ, ਯੁੱਧ ਭੂਮੀ ਦੇ ਵਿੱਚ ਉਹਨਾਂ ਨੂੰ ਵਿਛਾ ਦਿੱਤਾ। ਮਾਰੇ ਜਾਪਨ ਬਿਜੁਲੀ ਸਿਰ ਭਾਰ ਮੁਨਾਰੇ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਵੱਡੇ ਵੱਡੇ ਮੁਨਾਰੇ ਜਿਹੜੇ ਨੇ, ਮੁਨਾਰੇ ਤੋਂ ਭਾਵ ਇੱਥੇ ਹੈ ਜਿਹੜੇ ਸਮੁੰਦਰ ਦੇ ਵਿੱਚ ਮਾਰਗਦਰਸ਼ਨ ਕਰਨ ਵਾਸਤੇ ਉਹ ਮੀਨਾਰ ਬਣੇ ਹੁੰਦੇ ਸਨ, ਉਹਨਾਂ ਦਾ ਪਥ ਪ੍ਰਦਰਸ਼ਨ ਲਈ, ਰਸਤਾ ਦੱਸਣ ਵਾਸਤੇ। ਉਹਨਾਂ ਦੇ ਵਿੱਚ ਉੱਤੇ ਜਿਸ ਤਰ੍ਹਾਂ ਆਕਾਸ਼ੀ ਬਿਜਲੀ ਡਿੱਗ ਪਈ ਹੋਵੇ ਤੇ ਉਹ ਆਕਾਸ਼ੀ ਬਿਜਲੀ ਦੇ ਨਾਲ ਤਹਿਸ ਨਹਿਸ ਹੋ ਕੇ ਡਿੱਗ ਪਏ ਹੋਣ। ਪੌੜੀ ਚੋਟ ਦਮਾਮੇ ਪਾਈ ਦਲਾ ਮੁਕਾਬਲਾ। ਕਹਿੰਦੇ ਨੇ ਦਮਾਮੇ ਭਾਵ ਨਗਾਰੇ ਦੇ ਉੱਤੇ ਜਦੋਂ ਚੋਟਾਂ ਵੱਜੀਆਂ ਤੇ ਦਲਾਂ ਦਾ ਮੁਕਾਬਲਾ ਜਿਹੜਾ ਸੀ ਉਹ ਫਿਰ ਸ਼ੁਰੂ ਹੋਇਆ। ਦੇਵੀ ਦਸਤ ਨਚਾਈ ਸੀਹਣ ਸਾਰ ਦੀ। ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਖੂਬਸੂਰਤੀ ਵੇਖਣੀ। ਕਹਿੰਦੇ ਨੇ ਦੇਵੀ ਦਸਤ ਨਚਾਈ, ਦਸਤ ਤੋਂ ਭਾਵ ਹੈ ਹੱਥ, ਹੱਥ ਵਿੱਚ ਦੁਰਗਾ ਦੇਵੀ ਨੇ ਨਚਾਈ ਭਾਵ ਘੁਮਾਈ, ਘੁਮਾਈ ਕੀ ਸੀਹਣੀ ਸਾਰ ਦੀ। ਸੀਹਣੀ ਤੋਂ ਭਾਵ ਹੈ ਸ਼ੇਰਨੀ, ਸਾਰ ਦੀ ਤੋਂ ਭਾਵ ਹੈ ਲੋਹੇ ਦੀ, ਲੋਹੇ ਦੀ ਸ਼ੇਰਨੀ ਭਾਵ ਤਲਵਾਰ ਜਿਹੜੀ ਸੀ ਉਹ ਘੁਮਾਈ ਹੈ। ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ। ਮਲੰਦੇ ਤੋਂ ਭਾਵ ਹੁੰਦਾ ਹੈ ਬੜਬੋਲਾ, ਬਕ ਕਰਨ ਵਾਲਾ, ਬਕਬਾਦੀ। ਕਹਿੰਦੇ ਨੇ ਜਿਹੜਾ ਬਕਬਾਦੀ ਮਹਿਖਾਸੁਰ ਦੈਂਤ ਦਾ ਅੱਗੇ ਆਇਆ ਸੀ, ਇੱਥੇ ਪਾਠ ਹੈ ਮਹਿਖੇ ਦੈਤ ਨੂੰ। ਯਾਦ ਰਹੇ ਕਿ ਇੱਥੇ ਮਹਿਖੇ ਦੈਤ ਨਾਲ ਹਾਲੇ ਮੁਕਾਬਲਾ ਨਹੀਂ, ਉਹਦੇ ਸੂਰਮਿਆਂ ਨਾਲ ਮੁਕਾਬਲਾ ਹੈ। ਇੱਕ ਬੜਬੋਲਾ ਜਿਹਾ ਉਹਦਾ ਰਾਖਸ਼ ਸੈਨਾਪਤੀ ਜਿਹੜਾ ਉਹ ਅੱਗੇ ਆਇਆ ਤੇ ਉਸ ਨੂੰ ਪੇਟ ਦੇ ਵਿੱਚ ਦੁਰਗਾ ਜੀ ਨੇ ਆਪਣੀ ਤਲਵਾਰ ਜਿਹੜੀ ਸੀ ਉਹ ਮਾਰ ਦਿੱਤੀ। ਗੁਰਦੇ ਆਂਦਾਂ ਖਾਈ ਨਾਲੇ ਰੁਕੜੇ। ਰੁਕੜੇ ਤੋਂ ਭਾਵ ਗੁਰਦੇ ਵੀ ਹੁੰਦਾ ਤੇ ਰੁਕੜੇ ਤੋਂ ਭਾਵ ਪਸਲੀਆਂ ਵੀ ਹੁੰਦਾ, ਕਿਉਂਕਿ ਗੁਰਦੇ ਪਾਠ ਪਹਿਲਾਂ ਆ ਗਿਆ, ਇਸ ਵਾਸਤੇ ਇਸ ਦਾ ਦੂਜੇ ਦਾ ਰੁਕੜੇ ਦਾ ਅਰਥ ਹੋਵੇਗਾ ਪਸਲੀਆਂ। ਗੁਰਦੇ ਆਂਦਾਂ ਖਾਈ ਨਾਲੇ ਰੁਕੜੇ। ਕਹਿੰਦੇ ਨੇ ਗੁਰਦੇ, ਆਂਦਰਾਂ ਅਤੇ ਜਿਹੜੀਆਂ ਪਸਲੀਆਂ ਸਨ ਉਹ ਸਾਰਿਆਂ ਨੂੰ ਉਹ ਜਿਹੜੀ ਲੋਹੇ ਦੀ ਸ਼ੇਰਨੀ ਭਾਵ ਤਲਵਾਰ ਸੀ ਉਹ ਖਾ ਗਈ, ਖਤਮ ਕਰ ਗਈ। ਜਿਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ। ਸਾਹਿਬ ਫਰਮਾਨ ਕਰਦੇ ਹਨ ਕਿ ਇਸ ਦ੍ਰਿਸ਼ ਨੂੰ ਵੇਖ ਕੇ, ਇਸ ਦ੍ਰਿਸ਼ ਨੂੰ ਅਨੁਭਵ ਕਰਕੇ ਮੇਰੇ ਮਨ ਵਿੱਚ ਜਿਹੜੀ ਵਿਚਾਰ ਆਈ ਉਹ ਮੈਂ ਇਸ ਤਰ੍ਹਾਂ ਕਹਿ ਕੇ ਸੁਣਾਈ ਹੈ। ਚੋਟੀ ਜਾਣ ਦਿਖਾਈ ਤਾਰੇ ਧੂਮ ਕੇਤ। ਇਸ ਤਰ੍ਹਾਂ ਜਾਣੋ ਕਿ ਜਿਵੇਂ ਹੁਣ ਸਾਰੇ ਪਾਸੇ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ। ਧੂਮਕੇਤ ਭਾਵ ਹੁੰਦਾ ਬੋਦੀ ਵਾਲਾ ਤਾਰਾ। ਇਸ ਨੂੰ ਆਮ ਲੋਕ ਜਿਹੜੇ ਨੇ ਬੋਦੀ ਵਾਲੇ ਤਾਰੇ ਨੂੰ ਇਸ ਤਰ੍ਹਾਂ ਮੰਨਦੇ ਨੇ ਕਿ ਜਦੋਂ ਇਹ ਚੜ੍ਹਦਾ ਇਹ ਸੰਸਾਰ ਵਾਸਤੇ ਸ਼ੁਭ ਨਹੀਂ ਹੁੰਦਾ, ਅਸ਼ੁਭ ਹੁੰਦਾ। ਉਦੋਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਜੀ ਬਹੁਤ ਮਰਦੇ ਨੇ, ਮਹਾਮਾਰੀਆਂ ਆਦਿਕ ਜਾਂ ਜੰਗ ਆਦਿਕ ਜਿਹੜੇ ਨੇ ਉਹ ਹੋਇਆ ਕਰਦੇ ਹਨ। ਭਾਵ ਇਸ ਨੂੰ ਅਸ਼ੁਭ ਮੰਨਦੇ ਨੇ। ਇਸ ਵਾਸਤੇ ਤਸ਼ਬੀਹ ਦਿੱਤੀ ਹੈ ਸਤਿਗੁਰੂ ਜੀ ਨੇ ਕਿ ਗਰੀਬ ਨਵਾਜ ਕਹਿੰਦੇ ਨੇ ਇਸ ਤਰ੍ਹਾਂ ਜਾਣੋ ਕਿ ਜਿਸ ਤਰ੍ਹਾਂ ਬੋਦੀ ਵਾਲੇ ਤਾਰੇ ਦੀ ਬੋਦੀ ਦਿਸ ਪਈ ਹੋਵੇ। ਪੌੜੀ ਚੋਟਾਂ ਪਾਣ ਨਗਾਰੀ ਅਣੀਆਂ ਜੁੱਟੀਆਂ। ਅਣੀਆਂ ਤੋਂ ਭਾਵ ਹੈ ਫੌਜਾਂ। ਜਦੋਂ ਚੋਟਾਂ ਨਗਾਰੇ ਤੇ ਪਈਆਂ, ਚੋਟਾਂ ਨਗਾਰੇ ਤੇ ਵੱਜਦਿਆਂ ਸਾਰ ਹੀ ਫੌਜਾਂ ਆਪਸ ਵਿੱਚ ਜੁੱਟ ਪਈਆਂ। ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ। ਦੇਵਤਿਆਂ ਅਤੇ ਰਾਖਸ਼ਾਂ ਨੇ ਆਪਣੇ ਮਿਆਨਾਂ ਵਿੱਚੋਂ ਤਲਵਾਰਾਂ ਖਿੱਚ ਲਈਆਂ। ਵਾਹਨ ਵਾਰੋ ਵਾਰੀ ਸੂਰੇ ਸੰਘਰੇ। ਮੈਦਾਨੇ ਜੰਗ ਵਿੱਚ ਸੂਰਮੇ ਜਿਹੜੇ ਸਨ ਉਹ ਆਪਣੀ ਵਾਰੀ ਦੇ ਨਾਲ ਤਲਵਾਰਾਂ ਜਿਹੜੀਆਂ ਸਨ ਮਾਰ ਰਹੇ ਸਨ, ਭਾਵ ਉਹ ਉਹਨਾਂ ਤੇ ਵਾਰ ਕਰ ਰਹੇ ਸਨ, ਉਹ ਉਹਨਾਂ ਤੇ ਵਾਰ ਕਰ ਰਹੇ ਸਨ।
ਵਗੈ ਰਤ ਝਲਾਰੀ ਜਿਉ ਗੇਰੂ ਬਾਬੁੱਤਰਾ। ਵਗੈ ਰਤ ਝੁਲਾਰੀ, ਪਹਿਲਾਂ ਬਹੁਤ ਸਾਰੇ ਥਾਵਾਂ 'ਤੇ ਪਾਠ ਝੁਲਾਰੀ ਛਪਦਾ ਹੁੰਦਾ ਸੀ, ਇਹ ਹੈ ਝਲਾਰ। ਕਿਉਂਕਿ ਮੈਨੂੰ ਇਹ ਸਮਾਂ ਵੇਖਣ ਦਾ ਮੌਕਾ ਮਿਲਿਆ, ਝਲਾਰ ਜਿਹੜੀ ਹੈ ਅਸਲ ਵਿੱਚ ਇੱਕ ਖੂਹ ਹੁੰਦਾ, ਜਿਹੜੀਆਂ ਕੁਦਰਤੀ ਤੌਰ 'ਤੇ ਨਦੀਆਂ ਆਦਿਕ ਵਗਦੀਆਂ ਸਨ, ਉਹਨਾਂ ਦੇ ਕੰਢਿਆਂ ਉੱਤੇ ਟੋਆ ਜਿਹਾ ਬਣਾ ਲਿਆ ਜਾਂਦਾ ਸੀ ਖੂਹ ਵਾਂਗੂ, ਅਤੇ ਪਾਣੀ ਜਿਹੜਾ ਸੀ ਉਹਦਾ ਪੈਂਦਾ ਸੀ, ਅਤੇ ਉਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਆਡਾਂ ਵਿੱਚ ਜਾਂਦਾ ਸੀ ਅਤੇ ਉਹਦੇ ਨਾਲ ਸਿੰਜਾਈ ਕਰਦੇ ਸਨ, ਕਿਉਂਕਿ ਨਦੀਆਂ ਨੀਵੀਆਂ ਹੁੰਦੀਆਂ ਸਨ। ਇਸ ਵਾਸਤੇ ਉਹਨਾਂ ਨੂੰ ਝਲਾਰ ਕਿਹਾ ਜਾਂਦਾ ਸੀ। ਪਰ ਇੱਥੇ ਝਲਾਰ ਤੋਂ ਭਾਵ ਹੈ ਖਾਲ। ਵਗੈ ਰਤ ਝਲਾਰੀ, ਉਹ ਜਿਹੜੀਆਂ ਖਾਲਾਂ ਨੇ ਉਹ ਰਤ ਦੀਆਂ ਵਗਦੀਆਂ ਨੇ। ਵਗੈ ਰਤ ਝਲਾਰੀ ਜਿਉ ਗੇਰੂ ਬਾਬੁੱਤਰਾ, ਇੱਥੇ ਪਾਠ ਹੈ ਬਾਬੁੱਤਰਾ, 3 ਸ਼ਬਦਾਂ ਦੀ ਸੰਧੀ ਹੈ। ਬਾ ਤੋਂ ਭਾਵ ਹੈ ਸਹਿਤ, ਆਬ ਤੋਂ ਭਾਵ ਹੈ ਪਾਣੀ, ਉਤਰਾ ਤੋਂ ਭਾਵ ਹੈ ਉਤਰਿਆ। ਜਿਸ ਤਰ੍ਹਾਂ ਪਹਾੜਾਂ ਦੇ ਉੱਤੋਂ ਗੇਰੂ ਦੇ ਸਹਿਤ ਪਾਣੀ ਉਤਰ ਰਿਹਾ ਹੋਵੇ, ਇਸ ਤਰ੍ਹਾਂ ਖੂਨ ਦੀਆਂ ਜਿਹੜੀਆਂ ਕੂਲਾਂ ਨੇ ਜਾਂ ਖੂਨ ਦੀਆਂ ਜਿਹੜੀਆਂ ਨਦੀਆਂ ਨੇ ਛੋਟੀਆਂ ਛੋਟੀਆਂ, ਉਹ ਵਗ ਰਹੀਆਂ ਹਨ। ਦੇਖਣ ਬੈਠ ਅਟਾਰੀ ਨਾਰੀ ਰਾਕਸਾਂ। ਰਾਖਸ਼ਾਂ ਦੀਆਂ ਇਸਤਰੀਆਂ ਆਪਣੇ ਮਹੱਲਾਂ ਉੱਤੇ ਬੈਠ ਕੇ ਆਪਣੇ ਆਦਮੀਆਂ ਨੂੰ, ਆਪਣੇ ਪਤੀਆਂ ਨੂੰ ਜੰਗ ਕਰਦਿਆਂ ਹੋਇਆਂ ਵੇਖ ਰਹੀਆਂ ਸਨ। ਪਾਈ ਧੂਮ ਸਵਾਰੀ ਦੁਰਗਾ ਦਾਨਵੀ। ਪਾਈ ਧੂਮ ਸਵਾਰੀ ਦੁਰਗਾ ਦਾਨਵੀ। ਹੁਣ ਇੱਥੇ ਵੱਖਰੇ ਵੱਖਰੇ, ਸਵਾਰੀ ਤੋਂ ਭਾਵ ਹੈ ਸਵਾਰੀਆਂ, ਵਾਹਨ। ਵੱਖਰੀਆਂ ਵੱਖਰੀਆਂ ਸਵਾਰੀਆਂ 'ਤੇ ਚੜ੍ਹ ਕੇ ਸੂਰਮੇ ਆਏ ਨੇ। ਕੋਈ ਝੋਟੇ 'ਤੇ ਚੜ੍ਹ ਕੇ ਆਇਆ, ਕੋਈ ਹਾਥੀ 'ਤੇ ਚੜ੍ਹ ਕੇ ਆਇਆ, ਕੋਈ ਊਠ 'ਤੇ ਚੜ੍ਹ ਕੇ ਆਇਆ, ਦੁਰਗਾ ਸ਼ੇਰ 'ਤੇ ਚੜ੍ਹ ਕੇ ਆਈ ਹੈ। ਸਾਰਿਆਂ ਦਾ, ਕੋਈ ਘੋੜਿਆਂ 'ਤੇ ਚੜ੍ਹ ਕੇ ਆਏ ਨੇ। ਉਹ ਜਿੰਨੀਆਂ ਸਵਾਰੀਆਂ ਸਨ, ਭਾਵ ਜਿੰਨੇ ਉਹਨਾਂ ਦੇ ਉਹ ਜੀਵ ਸਨ ਜਿਨ੍ਹਾਂ ਦੇ ਉੱਤੇ ਉਹ ਸਵਾਰੀ ਕਰਕੇ ਆਏ ਸਨ, ਉਹ ਵੀ ਸਾਰੇ ਜਿਹੜੇ ਨੇ, ਕਿਤੇ ਹਾਥੀ ਝੰਗਾੜ ਰਹੇ ਨੇ, ਕਿਤੇ ਸ਼ੇਰ ਗਰਜ ਰਿਹਾ ਹੈ, ਕਿਤੇ ਘੋੜੇ ਹਿਣਕ ਰਹੇ ਨੇ। ਇਸ ਤਰ੍ਹਾਂ ਕਰਕੇ ਚਾਰ ਚੁਫੇਰੇ ਜਿਹੜਾ ਹੈ ਉਹ ਧੁੰਮ ਪਈ ਹੋਈ ਹੈ। ਪਾਈ ਧੂਮ ਸਵਾਰੀ ਦੇਵਾਂ ਦਾਨਵੀ, ਦੇਵਤਿਆਂ ਅਤੇ ਦਾਨਵਾਂ ਦੇ ਦਲਾਂ ਦੇ ਜਿਹੜੇ ਸਵਾਰੀਆਂ ਸਨ, ਉਹਨਾਂ ਦੀਆਂ ਆਵਾਜ਼ਾਂ ਨੇ ਮੈਦਾਨੇ ਜੰਗ ਵਿੱਚ ਧੁੰਮ ਮਚਾ ਦਿੱਤੀ ਹੈ। ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਲੱਖਾਂ ਹੀ ਨਗਾਰੇ, ਕਿਉਂਕਿ ਜੰਗ ਬੜਾ ਵੱਡਾ ਹੈ, ਇਸ ਵਾਸਤੇ ਕਹਿੰਦੇ ਨੇ ਲੱਖਾਂ ਹੀ ਨਗਾਰੇ ਵੱਜ ਰਹੇ ਨੇ ਆਮੋ ਸਾਹਮਣੇ। ਰਾਕਸ ਰਣੋ ਨਾ ਭੱਜਣ ਰੋਹੇ ਰੋਹਲੇ। ਹੁਣ ਐਸਾ ਨਹੀਂ ਹੈ ਕਿ ਉਹ ਕਾਇਰ ਨੇ, ਬੁਜ਼ਦਿਲ ਨੇ ਜਿਹੜੇ ਰਾਕਸ਼ ਨੇ। ਅਸਲ ਵਿੱਚ ਉਹ ਬਹੁਤ ਵੱਡੇ ਸੂਰਮੇ ਹਨ, ਅਤੇ ਸੂਰਮੇ ਜਿਹੜੇ ਨੇ ਉਹ ਆਪਣੇ ਪੈਰਾਂ ਤੋਂ ਪਿਛਾਂਹ ਨਹੀਂ ਟਲਦੇ। ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਦਿਆਂ। ਜਦੋਂ ਰਾਵਣ ਦਾ ਵੱਧ ਕੀਤਾ ਭਗਵਾਨ ਸ਼੍ਰੀ ਰਾਮ ਚੰਦਰ ਨੇ, ਅਤੇ ਉਸ ਵੇਲੇ ਇੱਕ ਬਚਨ ਆਉਂਦਾ ਹੈ ਕਿ ਰਾਵਣ ਨੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਨੂੰ, ਜਿਹੜੇ ਮਾਸ ਖਾਣ ਵਾਲੇ ਸਨ, ਗਿਰਜਾਂ ਆਦਿਕ ਅਤੇ ਗਿੱਦੜ ਆਦਿਕ ਜਿਹੜੇ ਜੀਵਾਂ ਦਾ ਮਾਸ ਖਾਣ ਵਾਲੇ, ਧਰਤੀ 'ਤੇ ਫਿਰਨ ਵਾਲੇ ਸਨ, ਉਹਨਾਂ ਸਾਰਿਆਂ ਨੂੰ ਇੱਕ ਆਵਾਜ਼ ਦੇ ਕੇ ਗੱਲ ਆਖੀ। ਕਹਿਣ ਲੱਗਾ, ਮੈਂ ਹੁਣ ਖਤਮ ਹੋ ਜਾਣਾ, ਮੈਂ ਮਰ ਜਾਣਾ, ਸਰੀਰ ਮੇਰਾ ਜ਼ਖਮੀ ਹੋ ਗਿਆ, ਮੇਰੇ ਸਰੀਰ ਵਿੱਚ ਸਮਰੱਥਾ ਨਹੀਂ ਰਹੀ, ਅਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੰਨਾ ਜੀ ਕਰੇ ਖੁਸ਼ੀ ਨਾਲ ਮੇਰਾ ਮਾਸ ਖਾਇਓ, ਤੁਹਾਨੂੰ ਕੋਈ ਰੋਕੇਗਾ ਨਹੀਂ। ਮੇਰਾ ਮਾਸ ਤੁਸੀਂ ਆਪਣੀ ਖੁਸ਼ੀ ਨਾਲ ਖਾਇਓ, ਪਰ ਇੱਕ ਗੱਲ ਦਾ ਚੇਤਾ ਰੱਖਿਓ, ਜਦੋਂ ਮੈਨੂੰ ਧੂਓ ਖਿੱਚੋ ਫੜ ਕੇ, ਤੇ ਮੇਰੇ ਮਾਸ ਨੂੰ ਖਿੱਚਣ ਲੱਗਿਆਂ ਇਹ ਧਿਆਨ ਰੱਖਣਾ ਕਿ ਕੋਈ ਵੀ ਜੀਵ ਜਿਹੜਾ ਹੈ ਉਹ ਲੰਕਾ ਵਾਲੇ ਪਾਸੇ ਨੂੰ ਮੈਨੂੰ ਖਿੱਚ ਕੇ ਨਾ ਲਿਜਾਵੇ। ਮੈਨੂੰ ਮਰੇ ਹੋਏ ਦੇ ਸਰੀਰ ਨੂੰ ਵੀ ਖਿੱਚ ਕੇ ਲਿਜਾਣਾ ਹੈ ਤੇ ਰਾਮਚੰਦਰ ਵਾਲੇ ਪਾਸੇ ਨੂੰ ਲੈ ਕੇ ਜਾਇਓ। ਕੋਈ ਇਹ ਨਾ ਆਖੇ ਕਿ ਮੈਦਾਨੇ ਜੰਗ ਵਿੱਚ ਲੜਦਾ ਹੋਇਆ ਰਾਵਣ ਦਾ ਪੈਰ ਖਿਸਕ ਗਿਆ ਜਾਂ ਉਹਦੀ ਲੋਥ ਹੀ ਪਛਾਂ ਆ ਗਈ ਹੈ, ਇਹ ਵੀ ਨਹੀਂ ਸੂਰਮਾ ਸੁਣਨਾ ਚਾਹੁੰਦਾ। ਇਸ ਵਾਸਤੇ ਉਹ ਜਿਹੜੇ ਮਹਾਨ ਸੂਰਮੇ ਰਾਖਸ਼ ਨੇ, ਉਹ ਰੋਹ ਵਾਲੇ ਨੇ, ਜੋਸ਼ ਵਾਲੇ ਨੇ, ਬੜੇ ਦ੍ਰਿੜ ਵਿਸ਼ਵਾਸੀ ਨੇ, ਉਹ ਮੈਦਾਨੇ ਜੰਗ ਵਿੱਚੋਂ ਨਹੀਂ ਭੱਜ ਰਹੇ। ਸਿੰਘਾਂ ਵਾਂਗੂ ਗੱਜਨ ਸਭੇ ਸੂਰਮੇ। ਸਾਰੇ ਸੂਰਮੇ ਸ਼ੇਰਾਂ ਵਾਂਗੂ ਗਰਜ ਰਹੇ ਹਨ। ਤਾਣੇ ਤਾਣੇ ਕੈਬਰ ਛੱਡਣ ਦੁਰਗਾ ਸਾਹਮਣੇ। ਖਿੱਚ ਖਿੱਚ ਕੇ ਤੀਰ ਜਿਹੜੇ ਹਨ
ਕੈਬਰ ਤੋਂ ਭਾਵ ਹੁੰਦਾ ਤੀਰ। ਦੁਰਗਾ ਦੇ ਸਾਹਮਣੇ ਇਹ ਜਿਹੜੇ ਰਾਖਸ਼ ਸੂਰਮੇ ਨੇ ਇਹ ਆਪਣੇ ਤੀਰਾਂ ਨੂੰ ਚਲਾ ਰਹੇ ਹਨ, ਖਿੱਚ ਖਿੱਚ ਕੇ ਛੱਡ ਰਹੇ ਹਨ। ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ। ਸੰਗਲੀ ਆਲੇ ਤੋਂ ਭਾਵ ਹੁੰਦਾ ਉਹ ਨਗਾਰੇ ਜਿਹੜੇ ਘੋੜਿਆਂ ਹਾਥੀਆਂ ਦੇ ਉੱਤੇ ਰੱਖੇ ਹੁੰਦੇ ਨੇ, ਪਰ ਉਹ ਨਗਾਰਾ ਦੋਹਰਾ ਹੁੰਦਾ। ਜਿਸ ਤਰ੍ਹਾਂ ਜੋੜੀ ਕੀਰਤਨ ਵਿੱਚ ਵੱਜਦੀ ਹੈ, ਇਸ ਤਰ੍ਹਾਂ ਉਹ ਵੀ ਨਗਾਰਾ ਹੁੰਦਾ। ਇਹਨੂੰ ਜਮਧਾਣੀ ਵੀ ਲਿਖਿਆ ਹੈ, ਉਹਦਾ ਵੀ ਇੱਕ ਪਾਸਾ ਵੱਖਰੀ ਤਰ੍ਹਾਂ ਦਾ ਹੁੰਦਾ, ਜਿਸ ਤਰ੍ਹਾਂ ਪੁੜਾ ਹੁੰਦਾ ਤੇ ਧਾਮਾ ਹੁੰਦਾ, ਇਹ ਵੱਖਰੇ ਹੁੰਦੇ ਨੇ। ਇਸੇ ਤਰ੍ਹਾਂ ਉਹ ਨਗਾਰਾ ਜਿਹੜਾ ਉਹਦੇ ਵੀ ਦੋ ਪਾਸੇ ਹੁੰਦੇ ਨੇ, ਅਤੇ ਉਹ ਜਿਹੜੇ ਨਗਾਰੇ ਨੇ ਉਹਨਾਂ ਨੂੰ ਆਪਸ ਵਿੱਚ ਸੰਗਲੀ ਨਾਲ ਪਾ ਕੇ ਬੰਨ੍ਹਿਆ ਹੋਇਆ ਹੁੰਦਾ, ਤਾਂ ਕਿ ਉਹ ਜਿਹੜੇ ਵਾਹਨ ਦੇ ਉੱਤੇ, ਘੋੜੇ ਆਦਿਕ ਦੇ ਉੱਤੇ ਜਾਂ ਹਾਥੀ ਦੇ ਉੱਤੇ ਤੁਸੀਂ ਨਿਹੰਗ ਸਿੰਘਾਂ ਦਾ ਕਦੀ ਮਹੱਲਾ ਨਿਕਲਦਾ ਵੇਖਿਆ ਹੋਵੇ ਤੇ ਉਹਦੇ ਵਿੱਚ ਵੇਖਿਆ ਹੋਵੇਗਾ ਕਿ ਉਹਨਾਂ ਨੇ ਦੋਹਰਾ ਨਗਾਰਾ ਜਿਹੜਾ ਰੱਖਿਆ ਹੁੰਦਾ ਉਹਨੂੰ ਆਪਸ ਵਿੱਚ ਬੰਨ੍ਹਿਆ ਹੁੰਦਾ। ਇਸੇ ਤਰ੍ਹਾਂ ਉਹ ਜਿਹੜੇ ਦੋਹਰੇ ਨਗਾਰੇ ਨੇ, ਦੋਹਰੇ ਤੋਂ ਭਾਵ ਇਹ ਵੀ ਹੈ ਕਿ ਦਵੱਲੀ ਨਗਾਰੇ ਵੱਜ ਰਹੇ ਨੇ, ਦੋਹਰੇ ਤੋਂ ਭਾਵ ਇਹ ਵੀ ਹੈ ਕਿ ਉਹ ਦੋ ਨੂੰ ਜੋੜ ਕੇ ਸੰਗਲੀ ਨਾਲ ਬੰਨ੍ਹ ਕੇ ਇੱਕ ਬਣਾਇਆ ਹੋਇਆ ਜਿਹੜਾ ਉਹ ਨਗਾਰੇ ਵੱਜ ਰਹੇ ਹਨ। ਧੂੜ ਲਪੇਟੇ ਧੂ ਹਰੇ ਸਿਰਦਾਰ ਜਟਾਲੇ। ਜਟਾਲੇ ਤੋਂ ਭਾਵ ਜਟਾਂ ਵਾਲੇ ਵੀ ਨੇ, ਜਟਾਲੇ ਤੋਂ ਭਾਵ ਜੋਸ਼ ਵਾਲੇ ਵੀ ਹਨ। ਭਾਵ ਉਹ ਜਟਾਂ ਵਾਲੇ ਜਿਨ੍ਹਾਂ ਦੇ ਵਾਲ ਜਿਹੜੇ ਨੇ ਉਹ ਖਿਲਰ ਗਏ ਨੇ ਮੈਦਾਨੇ ਵਿੱਚ, ਮੈਦਾਨੇ ਜੰਗ ਵਿੱਚ ਉਹਨਾਂ ਦੇ ਵਾਲ ਖਿਲਰ ਗਏ ਨੇ ਅਤੇ ਉਹਨਾਂ ਦੇ ਵਿੱਚ ਘੱਟਾ ਮਿੱਟੀ ਆਦਿਕ ਫਸ ਗਿਆ, ਉਹ ਧੂੜ ਨਾਲ ਲਪੇਟੇ ਗਏ ਨੇ। ਧੂੜ ਲਪੇਟੇ ਧੂਹਰੇ ਸਿਰਦਾਰ ਜਟਾਲੇ। ਐਸੇ ਸਰਦਾਰ ਭਾਵ ਉਹਨਾਂ ਦੇ ਸੈਨਾਪਤੀ ਜਿਹੜੇ ਹਨ ਉਹ ਮੈਦਾਨੇ ਜੰਗ ਵਿੱਚ ਡਿੱਗੇ ਪਏ ਹਨ। ਉਖਲੀਆਂ ਨਾਸਾਂ ਜਿਨ੍ਹਾਂ ਮੋਹ ਜਾਪਣ ਆਲੇ। ਉਹਨਾਂ ਦੇ ਮੂੰਹ ਕਿਸ ਤਰ੍ਹਾਂ ਦੇ ਨੇ, ਭਾਵ ਉਹ ਕਿੰਨੇ ਵਿਸ਼ਾਲ ਦੀਰਘ ਕਾਇਆ ਕਿੰਨੇ ਹਨ, ਉਹ ਸਰੀਰ ਉਹਨਾਂ ਦੇ ਕਿੰਨੇ ਕਿੰਨੇ ਵੱਡੇ ਨੇ। ਸਾਹਿਬ ਕਹਿੰਦੇ ਨੇ ਇੰਨੇ ਇੰਨੇ ਵੱਡੇ ਸਰੀਰ ਹਨ ਕਿ ਉਖਲੀਆਂ ਨਾਸਾਂ ਜਿਨ੍ਹਾਂ ਦੀਆਂ ਨਾਸਾਂ ਉਖਲੀ ਵਰਗੀਆਂ ਨੇ। ਹੁਣ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਉਖਲੀ ਦਾ ਨਹੀਂ ਪਤਾ। ਉਖਲੀ ਕੀ ਹੁੰਦੀ ਸੀ? ਇੱਕ ਛੋਟਾ ਜਿਹਾ ਟੋਆ ਬਣਾ ਲਿਆ ਜਾਂਦਾ ਸੀ, ਉਹਦੇ ਵਿੱਚ ਕੁਝ ਪੱਥਰ ਆਦਿਕ ਜਿਹੜੇ ਸਨ ਉਹ ਜੜ ਦਿੱਤੇ ਜਾਂਦੇ ਸੀ, ਉਹਦੇ ਵਿੱਚ ਪਾ ਕੇ ਝੋਨਾ ਅਤੇ ਉਸ ਦੇ ਨਾਲ ਮੂਸਲ ਨਾਲ ਜਾਂ ਉਹਨੂੰ ਮੋਹਲਾ ਵੀ ਕਹਿ ਦੇਈਦਾ ਸੀ। ਇੱਕ ਪੰਜਾਬੀ ਦਾ ਬੜਾ ਮਸ਼ਹੂਰ ਅਖਾਣ ਹੈ ਕਿ ਉਖਲੀ 'ਚ ਸਿਰ ਦਿੱਤਾ ਅਤੇ ਮੋਹਲਿਆਂ ਦਾ ਕੀ ਡਰ। ਭਾਵ ਉਹਦੇ ਉੱਤੇ ਮੋਹਲੇ ਨਾਲ ਉਹਨੂੰ ਕੁੱਟਦੇ ਸਨ ਅਤੇ ਉਹਦਾ ਤਕਰੀਬਨ ਆਕਾਰ ਜਿਹੜਾ ਇੰਨਾ ਕੁ ਵੱਡਾ ਹੁੰਦਾ ਸੀ। ਅਤੇ ਉਹ ਕਹਿੰਦੇ ਨੇ ਉਖਲੀਆਂ ਨਾਸਾਂ ਜਿਨ੍ਹਾਂ, ਉਹਨਾਂ ਦੇ ਨੱਕ ਇੰਨੇ ਵੱਡੇ ਸਨ ਵੀ ਇੱਦਾਂ ਜਾਪਦਾ ਸੀ ਜਿਵੇਂ ਉਖਲੀਆਂ ਹੋਣ। ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਅਤੇ ਮੂੰਹ ਜਿਹੜੇ ਨੇ ਉਹਨਾਂ ਦੇ ਆਲਿਆਂ ਵਰਗੇ ਜਾਪਦੇ ਸਨ। ਧਾਏ ਦੇਵੀ ਸਾਹਮਣੇ ਵੀਰ ਮੁੱਛਲੀ ਆਲੇ। ਮੁੱਛਾਂ ਵਾਲੇ ਭਾਵ ਆਪਣੇ ਆਪ ਨੂੰ ਬੜਾ ਵਿਰਾਟ ਸਰੂਪ, ਬੜੇ ਜੋਸ਼ ਵਾਲੇ ਬਣਾ ਕੇ ਪੇਸ਼ ਕਰਨ ਵਾਲੇ ਸਾਹਮਣੇ ਦੁਰਗਾ ਦੇ ਧਾ ਕੇ ਦੌੜ ਕੇ ਆਣ ਸਾਹਮਣੇ ਹੋਏ। ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ। ਸਾਹਿਬ ਫਰਮਾਉਂਦੇ ਨੇ ਕਿ ਇੰਦਰ ਵਰਗੇ ਉਹਨਾਂ ਦੇ ਨਾਲ ਲੜ ਕੇ ਪਿਛਾਂ ਮੁੜ ਗਏ, ਉਹ ਨਹੀਂ ਟਲੇ, ਆਪਣੇ ਪੈਰਾਂ ਤੋਂ ਪਿਛਾਂ ਨਹੀਂ ਹਟੇ। ਗੱਜੇ ਦੁਰਗਾ ਘੇਰੀ ਕੈ ਜਾਣੋ ਘਣੀਅਰ ਕਾਲੇ। ਉਹ ਦੁਰਗਾ ਨੂੰ ਘੇਰ ਕੇ ਇਸ ਤਰ੍ਹਾਂ ਗੱਜੇ ਜਿਵੇਂ ਕਾਲੇ ਬੱਦਲ ਚਾਰ ਚਫੇਰਿਓਂ ਧਾ ਕੇ ਆ ਗਏ ਹੋਣ ਅਤੇ ਉਹ ਗਰਜਨਾ ਕਰ ਰਹੇ ਹੋਣ। ਇਸ ਤਰ੍ਹਾਂ ਇਹ ਸੂਰਮੇ ਰਾਖਸ਼ ਜਿਹੜੇ ਸਨ ਇਹ ਦੁਰਗਾ ਦੇ ਦੁਆਲੇ ਗਰਜ ਕੇ ਆਏ। ਪੌੜੀ ਚੋਟ ਪਈ ਖਰਚਾਮੀ ਦਲਾਂ ਮੁਕਾਬਲਾ। ਨਗਾਰਿਆਂ ਦੇ ਉੱਤੇ ਚੋਟ ਪਈ, ਦਲਾਂ ਦਾ ਮੁਕਾਬਲਾ ਫੇਰ ਸ਼ੁਰੂ ਹੋਇਆ। ਘੇਰ ਲਈ ਵਰਿਆਮੀ ਦੁਰਗਾ ਆਏ ਕੈ। ਉਹਨਾਂ ਵਰਿਆਮੀ ਤੋਂ ਭਾਵ ਹੈ ਸੂਰਮਿਆਂ ਨੇ, ਬਹਾਦਰਾਂ ਨੇ ਦੁਰਗਾ ਨੂੰ ਘੇਰ ਲਿਆ ਚਾਰ ਚਫੇਰਿਓਂ ਆ ਕੇ। ਰਾਕਸ ਵੱਡੇ ਅਲਾਮੀ ਭੱਜ ਨਾ ਜਾਣਦੇ। ਰਾਖਸ਼ ਜਿਹੜੇ ਸਨ ਉਹ ਐਸੇ ਯੋਧੇ ਸਨ, ਐਸੇ ਨਿਪੁੰਨ ਸਨ ਕਿ ਉਹਨਾਂ ਨੂੰ ਭੱਜਣਾ ਨਹੀਂ ਸੀ ਆਉਂਦਾ। ਰਾਖਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਉਹ ਭੱਜਦੇ ਨਹੀਂ ਸਨ ਮੈਦਾਨ ਦੇ ਵਿੱਚੋਂ। ਅੰਤ ਹੋਏ ਸੁਰਗਾਮੀ ਮਾਰੇ ਦੇਵਤਾ। ਦੇਵੀ ਦੁਰਗਾ ਅਤੇ ਜਿਹੜੇ ਦੇਵਤੇ ਸਨ
ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਨ ਉਹ ਸੁਰਗਾਮੀ ਭਾਵ ਦੇਵਪੁਰੀ ਨੂੰ ਚਲੇ ਗਏ, ਭਾਵ ਉਹ ਚੜ੍ਹਾਈ ਕਰ ਗਏ। ਹੁਣ ਇੱਥੇ ਪਾਠ ਆਇਆ ਹੈ ਸੁਰਗਾਮੀ। ਯਾਦ ਰਹੇ ਕਿ ਇਹ ਜਿਹੜੀ ਵਾਰ ਸ਼ੁਰੂ ਹੋਈ ਹੈ ਇਹਦੇ ਵਿੱਚ ਬਚਨ ਆਇਆ ਸੀ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇੰਦਰ ਹੈ ਉਸ ਦਾ ਅਭਿਮਾਨ ਦੂਰ ਕਰਨ ਵਾਸਤੇ, ਦੇਵਤਿਆਂ ਦਾ ਅਭਿਮਾਨ ਦੂਰ ਕਰਨ ਵਾਸਤੇ ਮਹਿਖਾਸੁਰ ਪੈਦਾ ਹੋਇਆ ਅਤੇ ਮਹਿਖਾਸੁਰ ਦੇ ਰਾਖਸ਼ਾਂ ਨੇ, ਉਹਦੇ ਦਲ ਨੇ ਆਣ ਕੇ ਦੇਵਪੁਰੀ ਵਿੱਚ ਕਬਜ਼ਾ ਕਰ ਲਿਆ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਜਦੋਂ ਇਹ ਮਰ ਰਹੇ ਨੇ ਇਹ ਫੇਰ ਦੇਵਪੁਰੀ ਨੂੰ ਜਾ ਰਹੇ ਨੇ। ਇੱਥੇ ਫਰਕ ਹੈ, ਥੋੜ੍ਹਾ ਜਿਹਾ ਭੇਦ ਹੈ। ਸੁਰਗਾਮੀ ਭਾਵ ਦੇਵਪੁਰੀ ਨੂੰ ਜਾ ਰਹੇ ਨੇ, ਕਿਉਂ ਜਾ ਰਹੇ ਨੇ? ਦੇਵਪੁਰੀ 'ਚੋਂ ਤੇ ਉਹ ਕੱਢਿਆ ਜਾ ਰਿਹਾ ਉਹਨਾਂ ਨੂੰ, ਤੇ ਉਹ ਦੇਵਪੁਰੀ ਨੂੰ ਫੇਰ ਕਿਉਂ ਜਾ ਰਹੇ ਨੇ? ਇਸ ਵਾਸਤੇ ਜਾ ਰਹੇ ਨੇ ਕਿ ਜਿਹੜਾ ਸੂਰਮਾ ਮੈਦਾਨੇ ਜੰਗ ਵਿੱਚ ਆਪਣੇ ਪੈਰਾਂ 'ਤੇ ਖਲੋ ਕੇ ਦ੍ਰਿੜ ਵਿਸ਼ਵਾਸ ਨਾਲ ਆਪਣੇ ਮਾਲਕ ਦੀ, ਆਪਣੇ ਸੁਆਮੀ ਦੀ ਭਗਤੀ ਨੂੰ ਚੇਤੇ ਰੱਖਦਾ ਹੋਇਆ ਲੜਦਾ ਹੈ, ਆਪਣੇ ਅਕੀਦੇ ਤੋਂ ਪੈਰ ਪਿਛਾਂਹ ਨਹੀਂ ਹਟਾਉਂਦਾ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੈ ਖੇਤ ਵਾਲੀ ਗੱਲ ਨੂੰ ਨਿਭਾਉਂਦਾ ਹੈ, ਉਸ ਨੂੰ ਦੇਵਪੁਰੀ ਦਾ ਵਾਸਾ ਮਿਲਦਾ ਦੱਸਿਆ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਇੱਥੇ ਸੂਰਮਿਆਂ ਦੀ ਸਿਫਤ ਕੀਤੀ ਹੈ ਕਿ ਉਹ ਸੁਰਗਾਮੀ ਭਾਵ ਦੇਵਪੁਰੀ ਵਿੱਚ ਚਲੇ ਗਏ। ਪੌੜੀ ਅਗਣਿਤ ਕੁਰੇ ਨਗਾਰੇ ਦਲਾਂ ਭਿੜੰਦਿਆਂ। ਦਲਾਂ ਦੇ ਦੋਹਾਂ ਕਟਕਾਂ ਦੇ, ਦੋਹਾਂ ਫੌਜਾਂ ਦੇ ਆਪਸ ਵਿੱਚ ਲੜਦਿਆਂ ਹੋਇਆਂ, ਭਿੜਦਿਆਂ ਹੋਇਆਂ ਜਿਹੜੇ ਨਗਾਰੇ ਸਨ ਉਹ ਖੜਕ ਰਹੇ ਸਨ। ਪਾਏ ਮਹਿਖਲ ਭਾਰੇ ਦੇਵਾਂ ਦਾਨਵਾਂ। ਦੇਵਤਿਆਂ ਅਤੇ ਦਾਨਵਾਂ ਨੇ ਮਹਿਖਲ, ਮਹਿਖ ਤੋਂ ਭਾਵ ਮੈਂ ਅੱਗੇ ਵੀ ਅਰਜ਼ ਕੀਤੀ ਸੀ, ਮਹਿਖ ਤੋਂ ਭਾਵ ਹੁੰਦਾ ਝੋਟਾ। ਜਿਸ ਤਰ੍ਹਾਂ ਝੋਟਿਆਂ ਦੀ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਉਹਨਾਂ ਸੂਰਮਿਆਂ ਦੀਆਂ ਆ ਰਹੀਆਂ ਨੇ। ਪਾਏ ਮਹਿਖਲ ਭਾਰੇ, ਇੰਨਾ ਰੌਲਾ ਰੱਪਾ ਪਾ ਦਿੱਤਾ ਉਹਨਾਂ ਨੇ ਮੈਦਾਨੇ ਜੰਗ ਵਿੱਚ। ਵਾਹਨ ਫਟ ਕਰਾਰੇ ਰਾਕਸ ਰੋਹਲੇ। ਉਹ ਜੋਸ਼ੀਲੇ ਰਾਕਸ ਜਿਹੜੇ ਹਨ ਉਹ ਬੜੇ ਜ਼ੋਰਦਾਰ ਫੱਟ ਜਿਹੜੇ ਹਨ ਉਹ ਲਾ ਰਹੇ ਹਨ, ਜ਼ੋਰਦਾਰ ਚੋਟਾਂ ਲਾ ਰਹੇ ਹਨ। ਜਾਪਨ ਤੇਗੀ ਆਰੇ ਮਿਆਨੋ ਧੂਹੀਆਂ। ਜਿਹੜੀਆਂ ਤੇਗਾਂ ਹਨ ਉਹ ਮਿਆਨ ਵਿੱਚੋਂ ਧੂਈਆਂ ਹੋਈਆਂ, ਮਿਆਨਾਂ ਵਿੱਚੋਂ ਖਿੱਚੀਆਂ ਹੋਈਆਂ ਇਸ ਤਰ੍ਹਾਂ ਜਾਪ ਰਹੀਆਂ ਸਨ, ਕਿਉਂਕਿ ਰਾਕਸ਼ ਜਿਹੜੇ ਸਨ ਉਹਨਾਂ ਦਾ ਸਰੀਰ ਦਾ ਆਕਾਰ ਵੱਡਾ ਹੈ, ਇਸ ਵਾਸਤੇ ਉਹਨਾਂ ਦੀਆਂ ਤੇਗਾਂ ਵੀ ਜਿਹੜੀਆਂ ਨੇ ਉਹ ਇਸ ਤਰ੍ਹਾਂ ਜਾਪਦੀਆਂ ਨੇ, ਮਿਆਨਾਂ ਵਿੱਚੋਂ ਖਿੱਚੀਆਂ ਹੋਈਆਂ, ਕਿ ਜਿਵੇਂ ਤੇਗਾਂ ਨਾ ਹੋ ਕੇ ਸਗੋਂ ਉਹ ਆਰੇ ਹੋਣ। ਜੋਧੇ ਵੱਡੇ ਮੁਨਾਰੇ ਜਾਪਨ ਖੇਤ ਵਿੱਚ। ਉਹ ਮੈਦਾਨੇ ਜੰਗ ਵਿੱਚ ਖੜੋਤੇ ਹੋਏ ਜਾਂ ਫਿਰਦੇ ਹੋਏ ਇਸ ਤਰ੍ਹਾਂ ਜਾਪ ਰਹੇ ਸਨ ਜੋਧੇ ਕਿ ਜਿਸ ਤਰ੍ਹਾਂ ਵੱਡੇ ਵੱਡੇ ਮੁਨਾਰ ਖੜੇ ਕੀਤੇ ਹੋਣ। ਦੇਵੀ ਆਪ ਸਵਾਰੇ ਪੱਬਾਂ ਜਵੇਹਣੇ। ਪੱਬਾਂ ਤੋਂ ਭਾਵ ਹੈ ਪਰਬਤ, ਪਰਬਤਾਂ ਜਵੇਹਣੇ ਭਾਵ ਪਰਬਤਾਂ ਵਰਗੇ, ਪਰਬਤਾਂ ਵਰਗੇ ਜਿਹੜੇ ਸੂਰਮੇ ਸਨ ਉਹ ਦੇਵੀ ਆਪ ਸਵਾਰੇ। ਇੱਥੇ ਸਵਾਰੇ ਸ਼ਬਦ ਜਿਹੜਾ ਹੈ ਇਹਦਾ ਮਤਲਬ ਸੰਵਾਰਨ ਤੋਂ ਨਹੀਂ, ਇੱਥੇ ਸਵਾਰੇ ਤੋਂ ਭਾਵ ਹੈ ਸਵਾਲ ਦਿੱਤੇ, ਮੈਦਾਨੇ ਜੰਗ ਵਿੱਚ ਲਿਟਾ ਦਿੱਤੇ, ਖਤਮ ਕਰ ਦਿੱਤੇ। ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ। ਉਹ ਵੱਧ ਵੱਧ ਕੇ ਅੱਗੇ ਅੱਗੇ ਆ ਰਹੇ ਸਨ, ਹਮਲਾ ਕਰ ਰਹੇ ਸਨ। ਉਹ ਕਦੇ ਵੀ ਆਪਣੇ ਮੂੰਹ ਇਹ ਨਹੀਂ ਸਨ ਆਖਦੇ ਪਈ ਅਸੀਂ ਹਾਰ ਗਏ ਹਾਂ। ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ। ਹੱਥ ਵਿੱਚ ਤੇਗ ਫੜ ਕੇ ਦੁਰਗਾ ਮਾਤਾ ਨੇ ਉਹ ਜਿਹੜੇ ਰਾਕਸ ਸਨ ਸਾਰੇ ਸੰਘਾਰ ਦਿੱਤੇ, ਮਾਰ ਦਿੱਤੇ, ਨੇਸਤੋ ਨਾਬੂਦ ਕਰ ਦਿੱਤੇ। ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ। ਉਮਲ ਤੋਂ ਭਾਵ ਹੁੰਦਾ ਜਿਸ ਤਰ੍ਹਾਂ ਬੱਦਲ ਉਮੜ ਕੇ ਆਉਂਦੇ ਨੇ ਇਸ ਤਰ੍ਹਾਂ ਆਏ। ਉਮਲ ਲੱਥੇ, ਲੱਥੇ ਤੋਂ ਭਾਵ ਹੈ ਉਤਰੇ। ਮੈਦਾਨੇ ਜੰਗ ਵਿੱਚ ਉਹ ਸੂਰਮੇ ਉਮਲ ਲੱਥੇ ਸੂਰਮੇ। ਉਮਲ ਲੱਥੇ ਜੋਧੇ ਮਾਰੂ ਬੱਜਿਆ। ਤੇ ਮਾਰੂ ਭਾਵ ਉਹ ਨਗਾਰਾ, ਉਹ ਗੀਤ ਵੱਜ ਪਿਆ ਜਿਹੜਾ ਯੋਧਿਆਂ ਨੂੰ ਉਤਸ਼ਾਹ ਦੇਣ ਵਾਲਾ ਹੈ। ਉਹਨਾਂ ਦਾ ਉਤਸ਼ਾਹਵਰਧਕ ਗੀਤ ਜਿਹੜਾ ਸੀ ਉਹ ਵੱਜ ਪਿਆ। ਬੱਦਲ ਜਿਉਂ ਮਹਿਖਾਸੁਰ ਰਣ ਵਿੱਚ ਗੱਜਿਆ। ਉਹਨਾਂ ਦਾ ਮੁੱਖ ਰਾਜਾ ਜਿਹੜਾ ਹੈ ਮਹਿਖਾਸੁਰ ਉਹ ਬੱਦਲ ਵਾਂਗੂ ਗਰਜਦਾ ਹੋਇਆ ਅੱਗੇ ਵਧਿਆ।
ਇੰਦਰ ਜੇਹਾ ਜੋਧਾ ਮੈਥੋਂ ਭੱਜਿਆ। ਉੱਚੀ ਸਾਰੀ ਲਲਕਾਰਾ ਮਾਰ ਕੇ ਮਹਿਖਾਸੁਰ ਕਹਿਣ ਲੱਗਿਆ, ਇੰਦਰ ਵਰਗਾ ਯੋਧਾ ਮੇਰੇ ਕੋਲੋਂ ਭੱਜ ਗਿਆ ਹੈ, ਮੇਰੇ ਸਾਹਮਣੇ ਖੜੋ ਨਹੀਂ ਸਕਿਆ। ਕੌਣ ਵਿਚਾਰੀ ਦੁਰਗਾ ਜਿਣ ਰਣ ਸੱਜਿਆ। ਇਹ ਦੁਰਗਾ ਵਿਚਾਰੀ ਕੌਣ ਹੈ ਜਿਸ ਨੇ ਇਹ ਜਿਹੜਾ ਰਣ ਹੈ ਇਹ ਮੰਡ ਦਿੱਤਾ ਹੈ, ਜਿਸ ਨੇ ਇਹ ਯੁੱਧ ਸ਼ੁਰੂ ਕਰ ਦਿੱਤਾ ਹੈ? ਇਹ ਕੌਣ ਹੈ? ਭਾਵ ਇਹਦੀ ਕੋਈ ਵੀ ਤਾਕਤ ਨਹੀਂ ਹੈ, ਮੇਰੇ ਸਾਹਮਣੇ ਤੇ ਇੰਦਰ ਵੀ ਨਹੀਂ ਖੜੋ ਸਕਿਆ। ਪੌੜੀ ਬੱਜੇ ਢੋਲ ਨਗਾਰੇ ਦਲਾਂ ਮੁਕਾਬਲਾ। ਕਹਿੰਦੇ ਨੇ ਢੋਲ ਨਗਾਰੇ ਵੱਜ ਰਹੇ ਨੇ, ਦਲਾਂ ਦਾ ਮੁਕਾਬਲਾ ਚੱਲ ਰਿਹਾ ਹੈ। ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ। ਰਹਿ ਬਾਰੇ ਤੋਂ ਭਾਵ ਹੁੰਦਾ ਹੈ ਵਿਚੋਲੇ, ਰਾਹ ਦੱਸਣ ਵਾਲੇ। ਜਿਸ ਤਰ੍ਹਾਂ ਕੁੜੀ ਵਾਲਿਆਂ ਤੇ ਮੁੰਡੇ ਵਾਲਿਆਂ ਦੇ ਵਿੱਚ ਵਿਚੋਲੇ ਹੁੰਦੇ ਨੇ, ਉਹ ਉਹਨਾਂ ਦੇ ਰਿਸ਼ਤੇ ਕਰਵਾ ਦਿੰਦੇ ਨੇ। ਕਹਿੰਦੇ ਨੇ ਇਸ ਤਰ੍ਹਾਂ ਕਿਉਂਕਿ ਉਹਨਾਂ ਦਾ ਆਉਣ ਜਾਣ ਬਣਿਆ ਹੁੰਦਾ। ਬੜੀ ਸੁੰਦਰ ਤਸ਼ਬੀਹ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਉਹ ਆਉਂਦੇ ਜਾਂਦੇ ਰਹਿੰਦੇ ਨੇ ਉਧਰੋਂ ਉਧਰੀ, ਇਸ ਤਰ੍ਹਾਂ ਉਧਰੋਂ ਤੀਰ ਉਧਰ ਨੂੰ ਜਾ ਰਹੇ ਨੇ, ਉਧਰੋਂ ਤੀਰ ਉਸ ਪਾਸੇ ਨੂੰ ਜਾ ਰਹੇ ਨੇ। ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ, ਆਮਣੇ ਸਾਹਮਣੇ ਇਸ ਤਰ੍ਹਾਂ ਰਹਿ ਬਾਰਿਆਂ ਵਾਂਗੂ ਤੀਰ ਜਿਹੜੇ ਨੇ ਉਹ ਫੇਰੀਆਂ ਪਾ ਰਹੇ ਹਨ। ਅਗਣਿਤ ਵੀਰ ਸੰਘਾਰੇ ਲੱਗਦੀ ਕੈਬਰੀ। ਤੀਰਾਂ ਦੇ ਲੱਗਦਿਆਂ ਸਾਰ ਹੀ ਅਣਗਿਣਤ ਸੂਰਮੇ ਜਿਹੜੇ ਹਨ ਉਹ ਰਣ ਭੂਮੀ ਦੇ ਵਿੱਚ ਮੌਤ ਨੂੰ ਪ੍ਰਵਾਨ ਹੋ ਰਹੇ ਹਨ। ਡਿੱਗੇ ਜਾਣ ਮੁਨਾਰੇ ਮਾਰੇ ਬਿਜੁ ਦੇ। ਇਸ ਤਰ੍ਹਾਂ ਜਾਣੋ ਕਿ ਜਿਸ ਤਰ੍ਹਾਂ ਬਿਜਲੀ ਦੇ ਕੜਕ ਦੇ ਨਾਲ ਜਾਂ ਬਿਜਲੀ ਪੈਣ ਦੇ ਨਾਲ ਮੁਨਾਰੇ ਜਿਹੜੇ ਹਨ ਉਹ ਡਿੱਗ ਪਏ ਹੋਣ। ਖੁੱਲੀ ਵਾਲੀ ਦੈਤ ਅਹਾੜੇ ਸਭੇ ਸੂਰਮੇ। ਉਹਨਾਂ ਦੇ ਵਾਲ ਖੁੱਲ ਚੁੱਕੇ ਸਨ, ਭਿਆਨਕ ਰੂਪ ਬਣਿਆ ਹੋਇਆ। ਉਹ ਆਪਣੇ ਖੁੱਲੇ ਵਾਲਾਂ ਦੇ ਨਾਲ ਜਿਸ ਤਰ੍ਹਾਂ ਸ਼ੇਰ ਗਰਜਦਾ ਹੋਇਆ ਆਉਂਦਾ, ਖੁੱਲੀ ਵੈਲੀ ਦੈਤ ਅਹਾੜੇ। ਉਹ ਜਿਹੜੇ ਸਾਰੇ ਸੂਰਮੇ ਸਨ, ਉਹ ਦੈਂਤ ਜਿਹੜੇ ਸਨ ਉਹ ਗਰਜਦੇ ਹੋਏ ਅੱਗੇ ਵਧੇ। ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ। ਜਦੋਂ ਮੈਦਾਨੇ ਜੰਗ ਵਿੱਚ ਦੁਰਗਾ ਮਾਤਾ ਨੇ ਉਹਨਾਂ ਨੂੰ ਮਾਰਿਆ ਤੇ ਇਸ ਤਰ੍ਹਾਂ ਜਾਪਦਾ ਸੀ ਕਿ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੇ। ਜਿਸ ਤਰ੍ਹਾਂ ਜਟਾਂ ਵਾਲੇ ਸਾਧੂ ਜਿਹੜੇ ਨੇ ਉਹ ਭੰਗਾਂ ਪੀ ਕੇ ਤੇ ਜਿਵੇਂ ਲੇਟੇ ਹੋਏ ਹੋਣ ਮੈਦਾਨੇ ਜੰਗ ਦੇ ਵਿੱਚ, ਉਹ ਸੂਰਮੇ ਜਿਹੜੇ ਸਨ ਉਹ ਇਸ ਤਰ੍ਹਾਂ ਲੇਟ ਗਏ, ਭਾਵ ਇਸ ਤਰ੍ਹਾਂ ਡਿੱਗੇ ਹੋਏ ਸਨ। ਮੈਦਾਨੇ ਜੰਗ ਇਸ ਤਰ੍ਹਾਂ ਲਾਸ਼ਾਂ ਨਾਲ ਭਰਿਆ ਹੋਇਆ ਸੀ। ਸੋ ਇੰਨੀਆਂ ਬੇਨਤੀਆਂ ਹੀ ਕਰਦਾ, ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।